ਲੜੀਵਾਰ ਇਤਿਹਾਸ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਪਵਿੱਤਰ ਅਤੇ ਵਸਿੱਤਰ ਜੀਵਨ ਵਿੱਚ ਚੱਲ ਰਿਹਾ ਹੈ। ਉਜੈਨ ਦਾ ਰਹਿਣ ਵਾਲਾ ਬਿਸ਼ੰਬਰ ਦਾਸ ਇਸ ਨੇ ਸਤਿਗੁਰੂ ਜੀ ਨੂੰ ਬੇਨਤੀ ਕਰਕੇ ਪੁੱਛਿਆ ਸੀ, ਮਹਾਰਾਜ ਮੈਂ ਦੂਰ ਦੇਸ਼ ਤੋਂ ਆਇਆ ਹਾਂ, ਕਿਰਪਾ ਕਰਕੇ ਮਹਾਰਾਜ ਜੀ ਮੈਨੂੰ ਅਰਦਾਸ ਦਾ ਮਹਾਤਮ ਦੱਸੋ ਤੇ ਕਦੋਂ ਕਦੋਂ ਕਿਸ ਕਿਸ ਵੇਲੇ ਅਰਦਾਸ ਕਰਨੀ ਚਾਹੀਦੀ ਹੈ ਇਹ ਵੀ ਕਿਰਪਾ ਕਰਕੇ ਦੱਸੋ, ਤੇ ਅਰਦਾਸ ਕਰਨੀ ਕਿਵੇਂ ਚਾਹੀਦੀ ਹੈ ਇਹ ਵੀ ਆਪ ਕਿਰਪਾ ਕਰਕੇ ਦੱਸੋ। ਸੱਚੇ ਪਾਤਸ਼ਾਹ ਜੀ ਨੇ 101 ਅਰਦਾਸਾਂ ਕਹੀਆਂ ਨੇ ਬਿਸ਼ੰਬਰ ਦਾਸ ਦੇ ਤਾਈਂ। 29 ਅਰਦਾਸਾਂ ਆਪ ਜੀ ਨੇ ਪਿੱਛੇ ਇਤਿਹਾਸ ਵਿੱਚ ਸਰਵਣ ਕਰ ਲਈਆਂ ਹਨ। ਹੁਣ 30ਵੀਂ ਅਰਦਾਸ ਆਵੇਗੀ। 29ਵੀਂ ਅਰਦਾਸ ਸਤਿਗੁਰੂ ਜੀ ਨੇ ਕਿਹਾ ਸੀ ਕਿ ਜਦੋਂ ਮਨ ਸ਼ੇਰ ਦੀ ਤਰ੍ਹਾਂ ਬਲਵਾਨ ਹੋ ਕਰਕੇ ਕਹੇ ਨਾ ਲੱਗੇ, ਅਮੋੜ ਹੋ ਜਾਵੇ, ਬਾਰ-ਬਾਰ ਵਿਕਾਰਾਂ ਵੱਲ ਨੂੰ ਦੌੜੇ, ਤਾਂ ਉਸ ਸਮੇਂ ਗੁਰੂ ਚਰਨਾਂ ਵਿੱਚ ਅਰਦਾਸ ਕਰੇ, ਕਿਉਂਕਿ ਮਨ ਆਪਣੇ ਵਸ ਕੀਤਿਆਂ ਬਿਸ਼ੰਬਰ ਦਾਸ ਨਹੀਂ ਵਸ ਆਉਂਦਾ। ਇਹ ਤਾਂ ਸਤਿਗੁਰੂ ਦੇ ਜ਼ੋਰ ਨਾਲ, ਗੁਰੂ ਦੇ ਸ਼ਬਦ ਦੀ ਤਾਕਤ ਨਾਲ ਇਸ ਮਨ ਨੂੰ ਹੋੜਿਆ ਜਾਂਦਾ ਹੈ। ਸੱਚੇ ਪਾਤਸ਼ਾਹ ਜੀ ਨੇ ਇਹ 29ਵੀਂ ਅਰਦਾਸ ਕਹੀ। ਅੱਗੇ 30ਵੀਂ ਅਰਦਾਸ ਜੋ ਮਹਾਰਾਜ ਕਿਰਪਾ ਕਰਕੇ ਬਖਸ਼ਿਸ਼ ਕਰ ਰਹੇ ਹਨ, ਆਓ ਆਪਣੀ ਮਨ ਬਿਰਤੀ ਨੂੰ ਇਕਾਗਰ ਕਰੀਏ, ਪਿਆਰ ਸ਼ਰਧਾ ਨਾਲ ਸੱਚੇ ਪਾਤਸ਼ਾਹ ਜੀ ਦਾ ਪਵਿੱਤਰ ਉਪਦੇਸ਼ ਸਰਵਣ ਕਰੀਏ। ਜੁੜਦੇ ਹੋਏ ਪਿਆਰ ਨਾਲ ਆਖੋ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਮੁਖ ਪਿਆਸ ਅਗਰੀ ਤਰੀ ਸਤਿਗੁਰ ਪੂਰੀ ਪਾਏ। ਸੱਚੇ ਪਾਤਸ਼ਾਹ ਐਸੀ ਕਿਰਪਾ ਕਰੋ ਕਿ ਮੇਰੀ ਭੁੱਖ ਤੇ ਪਿਆਸ ਜਿਹੜੀ ਆ ਉਹ ਟਲੀ ਰਹੇ। ਬਹੁਤੀ ਬਾਰ-ਬਾਰ ਭੁੱਖ ਲੱਗਣੀ, ਕਿਉਂਕਿ ਸਾਧ ਸੰਗਤ ਜੀ ਜਦੋਂ ਸਿਮਰਨ ਅਭਿਆਸ ਕਰੀਏ ਤਾਂ ਇਹ ਸਾਰੀਆਂ ਹੀ ਚੀਜ਼ਾਂ ਹੌਲੀ-ਹੌਲੀ ਫਿਰ ਟਲ ਜਾਂਦੀਆਂ ਹਨ। ਬਹੁਤੀ ਭੁੱਖ ਲੱਗਣ ਕਰਕੇ ਵੀ ਸਰੀਰ ਦੇ ਅੰਦਰ ਆਦ ਵਿਆਦ ਹੀ ਖੜੀ ਰਹਿੰਦੀ ਹੈ। ਜੇ ਨਾ ਲੱਗੇ ਭੁੱਖ ਤਾਂ ਵੀ ਮਾੜੀ ਹੈ, ਪਰ ਅਰਦਾਸ ਇਹ ਕਰਨੀ ਚਾਹੀਦੀ ਹੈ, ਮਹਾਰਾਜ ਮੇਰੀ ਭੁੱਖ ਤੇ ਪਿਆਸ ਟਲ ਜਾਵੇ ਤਾਂ ਜੋ ਮੈਂ ਸਿਮਰਨ ਕਰ ਸਕਾਂ, ਮਹਾਰਾਜ ਮੈਂ ਬੰਦਗੀ ਕਰ ਸਕਾਂ। ਸੱਚੇ ਪਾਤਸ਼ਾਹ ਮਹਾਰਾਜ ਜੀ ਸੰਸਾਰ ਦੇ ਵਿਹਾਰਾਂ ਵਿੱਚ ਵੀ ਮੇਰੀ ਪੂਰੀ ਪਾਇਓ। ਗਰੀਬ ਨਵਾਜ ਸਤਿਗੁਰੂ ਇਹ ਨਾ ਕੋਈ ਕਹੇ ਕਿ ਇਹ ਨਖੱਟੂ ਹੈ, ਕੁਝ ਵੀ ਨਹੀਂ ਸੀ ਕਰ ਸਕਦਾ, ਇਸ ਕਰਕੇ ਚੁੱਪ ਕਰਕੇ ਇਹ ਭਗਤ ਬਣ ਗਿਆ ਹੈ। ਮਹਾਰਾਜ ਭਗਤੀ ਨੂੰ ਵੀ ਫਲ ਆਪ ਲਾਇਓ ਤੇ ਸੰਸਾਰ ਦੇ ਕਾਰਜ ਵਿਹਾਰਾਂ ਦੇ ਵਿੱਚ ਵੀ ਮਹਾਰਾਜ ਮੇਰੀ ਪੂਰੀ ਪਵੇ। ਇਸ ਪ੍ਰਕਾਰ ਦੀ ਇਹ 30ਵੀਂ ਅਰਦਾਸ ਕਰਨਾ ਕਰੇ। ਈਸ ਕਹੀ ਅਰਦਾਸ ਗੁਰ ਸੁਣੇ ਸਿੱਖ ਚਿਤ ਲਾਏ। ਸੱਚੇ ਪਾਤਸ਼ਾਹ ਜੀ ਨੇ ਇਹ 30ਵੀਂ ਅਰਦਾਸ ਕਹੀ। ਬਿਸ਼ੰਬਰ ਦਾਸ ਦੇ ਸਮੇਤ ਚਿਤ ਲਾ ਕਰਕੇ ਸਾਰੇ ਸਿੰਘ ਸੁਣ ਰਹੇ ਹਨ। ਸੁਣੇ ਸਿੱਖ ਚਰਨੀ ਲੱਗਾ ਗੁਰੂ ਕਹੇ ਹੁਲਸਾਏ। ਸੱਚੇ ਪਾਤਸ਼ਾਹ ਜੀ ਦੇ ਉਪਦੇਸ਼ ਨੂੰ ਸੁਣ ਸੁਣ ਕਰਕੇ ਹਰ ਗੋਪਾਲ ਜਿਹੜਾ ਬਿਸ਼ੰਬਰ ਦਾਸ ਦਾ ਪੁੱਤਰ ਹੈ, ਇਹਦਾ ਮਨ ਜਿਹੜਾ ਸਿੱਖੀ ਵਿੱਚ ਢਲ ਗਿਆ ਹੈ, ਸਤਿਗੁਰੂ ਜੀ ਦੇ ਚਰਨਾਂ ਨਾਲ ਜੁੜ ਰਿਹਾ ਹੈ। ਗਰੀਬ ਨਵਾਜ ਸਤਿਗੁਰੂ ਦੇ ਚਰਨਾਂ ਦਾ ਪਿਆਰ ਇਸ ਨੂੰ ਪ੍ਰਾਪਤ ਹੋ ਰਿਹਾ ਹੈ। ਸੱਚੇ ਪਾਤਸ਼ਾਹ ਮਹਾਰਾਜ ਪ੍ਰਸੰਨ ਹੋ ਕਰਕੇ ਅਰਦਾਸਾਂ ਕਹਿ ਰਹੇ ਹਨ। ਗੁਰੂ ਪਿਆਰੀ ਸਾਧ ਸੰਗਤ ਜੀ, ਜੀਵ ਨੂੰ ਆਪੋਂ ਪਤਾ ਹੀ ਨਹੀਂ ਲੱਗਦਾ ਕਿ ਸਤਿਗੁਰੂ ਕਿੰਨੇ ਮਹਾਨ ਨੇ। ਇਹ ਤਾਂ ਸੱਚੇ ਪਾਤਸ਼ਾਹ ਹੀ ਆਪ ਕਿਰਪਾ ਕਰਕੇ ਦੱਸਣ ਤੇ ਫਿਰ ਮਹਾਰਾਜ ਜੀ ਤੋਂ ਜੀ ਬਲਹਾਰ ਹੋ ਜਾਂਦਾ ਹੈ। ਸੱਚੇ ਪਾਤਸ਼ਾਹ ਤੋਂ ਕੁਰਬਾਨ ਹੋਣ ਨੂੰ ਚਿੱਤ ਕਰਦਾ ਹੈ। ਇਹ ਤਾਂ ਸੱਚੇ ਪਾਤਸ਼ਾਹ ਆਪ ਹੀ ਸੋਝੀ ਦਿੰਦੇ ਆ ਗਰੀਬ ਨਵਾਜ ਸਤਿਗੁਰੂ, ਤੇ ਫਿਰ ਇੰਨਾ ਪਿਆਰ ਪ੍ਰਾਪਤ ਹੁੰਦਾ ਹੈ। ਇਹ ਗੋਪਾਲ, ਹਰ ਗੋਪਾਲ ਜਿਹੜਾ ਹੈ ਬਿਸ਼ੰਬਰ ਦਾਸ ਦਾ ਪੁੱਤਰ, ਇਹਦਾ ਮਨ ਸਿੱਖੀ ਵਿੱਚ ਪ੍ਰਵਿਰਤ ਹੋਇਆ ਸਤਿਗੁਰੂ ਦੇ ਉਪਦੇਸ਼ ਨਾਲ, ਮਨ ਨੂੰ ਪਿਆਰ ਲੱਗਾ ਹੈ ਗੁਰੂ ਚਰਨਾਂ ਦਾ। ਸੱਚੇ ਪਾਤਸ਼ਾਹ ਮਹਾਰਾਜ ਜੀ ਅੱਗੇ ਖੁਸ਼ ਹੋ ਕਰਕੇ ਪ੍ਰਸੰਨ ਚਿਤ ਹੋ ਕੇ ਮਹਾਰਾਜ ਜੀ ਅਰਦਾਸ ਕਹਿ ਰਹੇ ਹਨ। ਜੋੜੀ ਅਚਲ ਵਰ ਨਾਰ ਕੀ ਕਹੋ ਸਿੱਖ ਸਮਝਾਏ। ਮਹਾਰਾਜ ਕਹਿੰਦੇ ਭਾਈ ਸਿੱਖਾ, ਜਦੋਂ ਆਪਣੇ ਪੁੱਤਰ ਜਾਂ ਪੁੱਤਰੀ ਦਾ ਵਰ ਲੱਭਣਾ ਹੋਵੇ ਤਾਂ ਉਸ ਸਮੇਂ ਅਚਲ ਰਹਿਣ ਵਾਸਤੇ, ਭਾਵ ਕਿ ਇਹ ਰਿਸ਼ਤਾ ਸਦਾ ਹੀ ਨਿਭੇ,
ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਉਸ ਸਮੇਂ ਵੀ ਅਰਦਾਸ ਕਰਨਾ ਕਰੇ। ਹੀਲਾ ਨਸ ਹੈ ਵਹਾ ਲਬਨ ਹੈ ਮਨ ਅੰਨ ਪਤ ਪਚ ਜਾਏ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਜਦੋਂ ਇਸ ਪ੍ਰਕਾਰ ਕੋਈ ਬਿਮਾਰੀ ਕੋਈ ਰੋਗ ਐਸਾ ਆਵੇ ਕਿ ਚਿੱਤ ਬਿਹਾਲ ਹੋ ਜਾਵੇ, ਫਿਰ ਸਾਰੇ ਕੀਤੇ ਹੋਏ ਹੀਲੇ ਨਾਸ ਹੋ ਜਾਣ, ਡਾਕਟਰ ਵੀ ਜਵਾਬ ਦੇ ਦੇਣ, ਸਭ ਕੁਝ ਹੀ ਆਸਰਾ ਜਿਹੜਾ ਉਹ ਖਤਮ ਹੋ ਜਾਵੇ। ਜਿਵੇਂ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਕਿਹਾ ਹੈ ਕਿ ਜਾ ਕੋ ਮੁਸ਼ਕਲ ਅਤ ਬਣੈ ਢੋਈ ਕੋਏ ਨਾ ਦੇ, ਲਾਗੂ ਹੋਏ ਦੁਸ਼ਮਨਾ ਸਾਕ ਪੇ ਭਜ ਖਲੇ, ਸਭੋ ਭਜੈ ਆਸਰਾ ਚੁੱਕੈ ਸਭ ਅਸਰਾਓ, ਚਿਤ ਆਵੈ ਉਸ ਪਾਰ ਬ੍ਰਹਮ ਲੱਗੇ ਨਾ ਤਤੀ ਵਾਓ। ਇਹ ਸਤਿਗੁਰੂ ਜੀ ਦਾ ਪਵਿੱਤਰ ਉਪਦੇਸ਼ ਹੈ। ਗਰੀਬ ਨਵਾਜ ਸਤਿਗੁਰੂ ਕਹਿੰਦੇ ਬਸੰਬਰ ਦਾਸ ਐਸਾ ਸਮਾਂ ਬਣੇ ਕਿ ਐਸਾ ਕੋਈ ਰੋਗ ਉੱਠ ਪਵੇ ਸਰੀਰ ਅੰਦਰ, ਜਾਂ ਕੋਈ ਐਸੀ ਪ੍ਰੇਤ ਦੀ ਛਾਇਆ ਕੋਈ ਕਰ ਦੇਵੇ, ਕੋਈ ਜੰਤਰ ਮੰਤਰ ਤੰਤਰ ਪੜ ਦੇਵੇ, ਜੇ ਸਿੱਖ ਰਹਿਤ ਵਿੱਚ ਢਿੱਲਾ ਹੋਵੇ ਤੇ ਚੀਜ਼ਾਂ ਇਹ ਅਸਰ ਕਰ ਦਿੰਦੀਆਂ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਫਿਰ ਵੀ ਇਸ ਦੇ ਬਚਣ ਵਾਸਤੇ ਕੀ ਕਰਨਾ ਹੈ। ਜਦੋਂ ਇਸ ਪ੍ਰਕਾਰ ਕੋਈ ਕਰਦਾ ਹੈ ਫਿਰ ਮਹਾਰਾਜ ਕਹਿੰਦੇ ਅੰਨ ਆਦਿਕ ਵੀ ਜਿਹੜਾ ਪਚਣੋਂ ਹਟ ਜਾਂਦਾ ਹੈ। ਅੰਨ ਕੋਈ ਵੀ ਜਾਂ ਪਾਣੀ ਪੀਤਿਆਂ ਘੁੱਟ ਨਹੀਂ ਲੰਘਦਾ, ਕੋਈ ਵੀ ਚੀਜ਼ ਅੰਦਰ ਨਹੀਂ ਜਾਂਦੀ, ਭੋਜਨ ਆਦਿਕ ਨਹੀਂ ਪਚਦਾ ਹੈ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਬਸੰਬਰ ਦਾਸ ਉਦੋਂ ਗੁਰੂ ਨੂੰ ਯਾਦ ਕਰੇ। ਜਦੋਂ ਸਭ ਹੀਲੇ ਮੁੱਕ ਗਏ ਹੈ ਤਾਂ ਫਿਰ ਉਸ ਸਮੇਂ ਸੱਚੇ ਪਾਤਸ਼ਾਹ ਦਾ ਧਿਆਨ ਕਰਕੇ ਅਰਦਾਸ ਕਰਨਾ ਕਰੇ। ਦੋਸ਼ਟ ਖਪੈ ਸਾਇਆ ਭਗੈ ਪਰੈ ਸ਼ਹੀਦੀ ਧਾਏ। ਫਿਰ ਮਹਾਰਾਜ ਕਹਿੰਦੇ ਅੰਨ ਵੀ ਪਚ ਜਾਵੇਗਾ ਤੇ ਜਿਸ ਕਿਸੇ ਦੁਸ਼ਟ ਨੇ ਇਹ ਛਾਇਆ ਕੀਤੀ ਹੋਵੇਗੀ ਉਹ ਦੁਸ਼ਟ ਵੀ ਖਪ ਜਾਵੇਗਾ ਸਮੇਤ ਉਸ ਛਾਇਆ ਦੇ। ਜੇ ਕਿਸੇ ਨੇ ਪ੍ਰੇਤ ਮਗਰ ਲਾਇਆ ਹੋਵੇ ਨਾਲ ਹੀ ਉਹ ਪ੍ਰੇਤ ਨਸ਼ਟ ਹੋ ਜਾਵੇਗਾ, ਉਹ ਦੁੱਖ ਵੀ ਟੁੱਟ ਜਾਵੇਗਾ, ਕਿਉਂਕਿ ਅਰਦਾਸ ਵਿੱਚ ਇੰਨੀ ਸ਼ਕਤੀ ਹੈ ਕਿ ਸ਼ਹੀਦ ਫੌਜਾਂ ਦੇ ਹੁਕਮ ਥੱਲੇ ਇਹ ਪ੍ਰੇਤ ਜਿਹੜੇ ਆ ਚੱਲਦੇ ਹਨ ਤੇ ਸ਼ਹੀਦੀ ਫੌਜਾਂ ਜਿਹੜੀਆਂ ਉਸ ਸਮੇਂ ਧਾ ਕੇ ਪੈਂਦੀਆਂ ਤੇ ਪ੍ਰੇਤ ਸਰੀਰ ਨੂੰ ਛੱਡ ਕੇ ਦੌੜ ਜਾਂਦੇ ਹਨ। ਗੁਰੂ ਚਰਨਾਂ ਵਿੱਚ ਅਰਦਾਸ ਕਰੇ, ਪਰ ਜੇ ਸਾਧ ਸੰਗਤ ਜੀ ਸ਼ਰਧਾ ਹੀ ਨਾ ਕਰੇ ਗੁਰੂ ਸਾਹਿਬ ਦੇ ਉੱਪਰ, ਫਿਰ ਉਹ ਮਾਦਰੀਆਂ ਕੋਲ ਚਲੇ ਜਾਂਦੇ ਆ, ਉੱਥੇ ਜਾ ਕੇ ਚਿਮਟੇ ਮਰਵਾਉਂਦੇ ਆ, ਸਿਰ ਫੇਰਦੇ ਆ, ਕੋਈ ਵਡਭਾਗ ਸਿੰਘ ਦੇ ਜਾ ਕੇ ਧੌਲੀ ਧਾਰ ਥੱਲੇ ਨਹਾਈ ਜਾਂਦੇ ਆ। ਗੁਰੂ ਪਿਆਰੀ ਸਾਧ ਸੰਗਤ ਜੀ, ਕਈਆਂ ਦੇ ਮਨ ਵਿੱਚ ਭੁਲੇਖਾ ਹੁੰਦਾ ਹੈ ਕਿ ਵਡਭਾਗ ਸਿੰਘ ਦਾ ਉਹ ਸਥਾਨ ਜਿਹੜਾ ਡੇਰਾ ਹੈ ਉਹ ਵੀ ਤਾਂ ਉੱਥੇ ਗੁਰਦੁਆਰਾ ਸਾਹਿਬ ਹੀ ਹੈ, ਗੁਰੂ ਗ੍ਰੰਥ ਸਾਹਿਬ ਦਾ ਹੀ ਪ੍ਰਕਾਸ਼ ਕਰਦੇ ਆ, ਜਾਂ ਕਈਆਂ ਨੂੰ ਪਤਾ ਹੀ ਨਹੀਂ ਹੁੰਦਾ ਕਿ ਉਹ ਹੈ ਕੀ ਅਸਲ ਦੇ ਵਿੱਚ। ਗੁਰੂ ਪਿਆਰੀ ਸਾਧ ਸੰਗਤ ਜੀ, ਇਹ ਬਾਬਾ ਵਡਭਾਗ ਸਿੰਘ ਜਿਨ੍ਹਾਂ ਦਾ ਨਾਮ ਲੈਂਦੇ ਆ ਧੀਰਮਲ ਦੇ ਵੰਸ਼ ਵਿੱਚ ਹੋਏ ਆ। ਇਹਨਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਤੇ ਪੇਸ਼ ਹੋ ਕੇ ਪੰਜਾਂ ਪਿਆਰਿਆਂ ਤੋਂ ਸੁਧਾਈ ਕਰਵਾਈ ਸੀ, ਆਪਣੇ ਪੁਰਖਿਆਂ ਦੀ ਮਾਫੀ ਮੰਗੀ, ਕਿਉਂਕਿ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਇਹਨਾਂ ਨੂੰ ਛੇਕ ਦਿੱਤਾ ਸੀ। 10ਵੇਂ ਪਾਤਸ਼ਾਹ ਮਹਾਰਾਜ ਨੇ ਰਹਿਤ ਮਰਿਆਦਾ ਦੇ ਦੌਰਾਨ ਇਹਨਾਂ ਨੂੰ ਮੂੰਹ ਲਾਉਣ ਵਾਸਤੇ ਕਿਹਾ ਸੀ ਕਿ ਇਹਨਾਂ ਨੂੰ ਕੋਈ ਮੂੰਹ ਨਾ ਲਾਵੇ। ਇਹ ਸਤਿਗੁਰੂ ਨੇ ਸ਼ਬਦ ਕਹਿ ਦਿੱਤੇ ਸਨ ਤੇ ਇਹ ਵਡਭਾਗ ਸਿੰਘ ਤੇ ਸਮੇਂ ਸਿੰਘਾਂ ਦਾ ਪ੍ਰਤਾਪ ਵੇਖ ਕੇ ਅੰਮ੍ਰਿਤ ਛਕ ਲਿਆ, ਨਾਲੇ ਸਿੰਘਾਂ ਵਿੱਚ ਆਣ ਕਰਕੇ ਰਲ ਗਿਆ। ਖਾਲਸੇ ਨੇ ਫਿਰ ਵੀ ਚਰਨੀ ਲਾ ਲਿਆ। ਫਿਰ ਜਲੰਧਰ ਦਾ ਗੁਰਦੁਆਰਾ ਥੰਮ ਸਾਹਿਬ, ਉੱਥੋਂ ਦਾ ਪ੍ਰਬੰਧ ਇਸ ਨੂੰ ਦਿੱਤਾ ਗਿਆ। ਉੱਥੇ ਪ੍ਰਬੰਧ ਚਲਾਉਂਦਾ ਹੁੰਦਾ ਸੀ ਤਾਂ ਮੁਗਲਾਂ ਨੇ ਜਲੰਧਰ ਦੇ ਉੱਤੇ ਹਮਲਾ ਬੋਲਿਆ। ਗੁਰਦੁਆਰਾ ਥੰਮ ਸਾਹਿਬ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੀ ਪਵਿੱਤਰ ਯਾਦਗਾਰ, ਉਸ ਨੂੰ ਤੇ ਸਮੇਂ ਮੁਗਲਾਂ ਨੇ ਬਹੁਤ ਬੇਅਦਬੀ ਕੀਤੀ ਤੇ ਥੰਮ ਨੂੰ ਅੱਗ ਲਾ ਕੇ ਸਾੜਨ ਦਾ ਯਤਨ ਕੀਤਾ। ਇਸ ਨੇ ਸਿੰਘਾਂ ਨੂੰ ਵੀ ਨਹੀਂ ਦੱਸਿਆ, ਨਾ ਅੱਗੇ ਹੋ ਕੇ ਆਪ ਮੁਕਾਬਲਾ ਕੀਤਾ ਤੇ ਡਰਦਾ ਹੋਇਆ ਫਿਰ ਪਹਾੜਾਂ ਵਿੱਚ ਜਾ ਵੜਿਆ ਸੀ। ਉਸ ਸਮੇਂ ਖਾਲਸੇ ਨੇ ਗੁਰਮਤਾ ਕਰਕੇ ਇਸ ਨੂੰ ਪੰਥ ਵਿੱਚੋਂ ਫਿਰ ਛੇਕ ਦਿੱਤਾ ਸੀ ਕਿ ਜਿਹੜਾ ਇਸ ਨੂੰ ਮੂੰਹ ਲਾਵੇਗਾ ਉਹ ਗੁਰੂ ਕਾ ਸਿੱਖ ਨਹੀਂ। ਇਸ ਪ੍ਰਕਾਰ ਸਾਧ ਸੰਗਤ ਜੀ, ਕੋਈ ਧੌਲੀ ਧਾਰ ਦਾ ਆਸਰਾ ਲੈਣਾ ਜਾਂ ਵਡਭਾਗੂ ਦੇ ਡੇਰਿਆਂ ਤੇ ਜਾ ਕਰਕੇ ਸਿਰ ਮਾਰਨ ਦੇ ਨਾਲ ਪ੍ਰੇਤ ਨਹੀਂ ਨਿਕਲਦੇ। ਜੇ ਇੱਕ ਕਢਾਉਣ ਜਾਵੋਗੇ ਤੇ 5 ਹੋਰ ਨਾਲ ਉਹ ਪਾ ਦਿੰਦੇ ਆ। ਇਸ ਪ੍ਰਕਾਰ ਦੀ ਹਾਲਤ ਹੈ। ਸੱਚੇ ਪਾਤਸ਼ਾਹ ਮਹਾਰਾਜ ਨੇ ਕਿਹਾ ਬਿਸ਼ੰਬਰ ਦਾਸ, ਕੋਈ ਛਾਇਆ ਆਦਿਕ ਹੋ ਜਾਵੇ, ਕੋਈ ਇਸ ਪ੍ਰਕਾਰ ਅੰਨ ਆਦਿਕ ਨਾ ਪਚੇ, ਇਹੋ ਜਿਹਾ ਰੋਗ ਚਿੰਬੜ ਜਾਵੇ ਕਿ ਜਿਹੜਾ ਕਦੇ ਟਲੇ ਨਾ, ਕਿਸੇ ਡਾਕਟਰ ਦੇ ਇਲਾਜ ਕੀਤਿਆਂ ਵੀ ਇਲਾਜ ਨਾ ਹੋਵੇ, ਹਕੀਮ ਜਵਾਬ ਦੇਣ ਫਿਰ ਗੁਰੂ ਸਾਹਿਬ ਦੇ ਚਰਨਾਂ ਵਿੱਚ ਹੀ ਅਰਦਾਸ ਕਰੇ। ਅਰਦਾਸ ਕਰਕੇ ਫਿਰ ਇਉਂ ਭਾਵਨਾ ਰੱਖੇ ਉਸ ਦੇ ਪੂਰਿਆਂ ਹੋਣ ਦੀ।
ਅਸੀਂ ਆਪ ਤਾਂ ਕੁਝ ਵੀ ਨਹੀਂ ਹੱਥੀਂ ਕਰਨਾ ਚਾਹੁੰਦੇ ਤੇ ਕਹਿੰਦੇ ਆ ਕਿ ਅਰਦਾਸ ਕਰਕੇ ਸਾਨੂੰ ਹੀ ਕੋਈ ਰਾਜੀ ਕਰ ਦੇਵੇ। ਆਪ ਅਰਦਾਸ ਦੀਆਂ ਸ਼ਰਤਾਂ ਪਹਿਲਾਂ ਪੂਰੀਆਂ ਕਰੋ ਕਿ ਅਰਦਾਸ ਕਰਨ ਵਾਲਾ ਕਿਹੋ ਜਿਹਾ ਹੋਣਾ ਚਾਹੀਦਾ ਹੈ। ਸੱਚੇ ਪਾਤਸ਼ਾਹ ਜੀ ਨੇ ਪਿੱਛੇ ਆਰੰਭ ਵਿੱਚ ਦੱਸਿਆ, ਬਖਸ਼ਿਸ਼ ਕੀਤੀ ਹੈ। ਤੇ ਗੁਰੂ ਪਿਆਰੀ ਸਾਧ ਸੰਗਤ ਜੀ, ਜਦੋਂ ਇੰਨੀ ਭਾਵਨਾ ਨਾਲ ਕੋਈ ਅਰਦਾਸ ਕਰੇ ਤਾਂ ਸੱਚੇ ਪਾਤਸ਼ਾਹ ਮਹਾਰਾਜ ਜੀ ਅਵਸ਼ ਵਰ ਅਵਸ਼ ਉਸ ਦਾ ਕਾਰਜ ਜਿਹੜਾ ਹੈ ਪੂਰਾ ਕਰਦੇ ਹਨ। ਸੱਚੇ ਪਾਤਸ਼ਾਹ ਕਹਿੰਦੇ ਅੰਨ ਆਦਿਕ ਵੀ ਪਚ ਜਾਵੇਗਾ, ਛਾਇਆ ਵੀ ਹਟ ਜਾਵੇਗੀ, ਪ੍ਰੇਤ ਵੀ ਟਲ ਜਾਵੇਗਾ। ਕਿਸੇ ਪ੍ਰਕਾਰ ਦਾ ਕੋਈ ਕਾਰਜ ਨਹੀਂ ਕਿ ਜਿਹੜਾ ਅਰਦਾਸ ਦੇ ਨਾਲ ਅੜਿਆ ਰਹੇਗਾ। ਅਰਦਾਸ ਨਾਲ ਸਭ ਕਾਰਜ ਜਿਹੜੇ ਬਸ਼ੰਬਰਦਾਸ ਫਤਿਹ ਹੋ ਜਾਂਦੇ ਹਨ। ਜੋਤੀ ਸੋਵੇ ਸੁਖਾਤੀਸ਼ ਇਹ ਅਰਦਾਸ ਕਰ ਲਏ। 34ਵੀਂ ਅਰਦਾਸ ਮਹਾਰਾਜ ਦੱਸਦੇ ਆ, ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਜਦੋਂ ਕੀਰਤਨ ਸੋਹਲੇ ਦਾ ਪਾਠ ਕਰਨਾ ਹੈ ਨਾ, ਉਸ ਸਮੇਂ ਰਾਤ ਨੂੰ ਸਰਾਣੇ ਵੱਲ ਨੂੰ ਮੁੱਖ ਕਰਕੇ ਇਹ ਅਰਦਾਸ ਕਰਨੀ, ਮਹਾਰਾਜ ਸੱਚੇ ਪਾਤਸ਼ਾਹ ਮੈਂ ਸੁੱਖਾਂ ਦਾ ਅਧੀਸ਼ ਭਾਵ ਸੁੱਖਾਂ ਦਾ ਰਾਜਾ ਗਰੀਬ ਨਵਾਜ ਸਤਿਗੁਰੂ ਮੈਨੂੰ ਨੀਂਦ ਵਿੱਚ ਇੰਨਾ ਸੁੱਖ ਬਖਸ਼ਿਓ ਕਿ ਗਾਫਲਤਾਈ ਨਾਲ ਨਾ ਸੁਤਾ ਰਹਾ। ਮਹਾਰਾਜ ਨੀਂਦ ਵਿੱਚ ਵੀ ਮੈਨੂੰ ਤੁਹਾਡੀ ਹੀ ਯਾਦ ਰਹੇ। ਸੱਚੇ ਪਾਤਸ਼ਾਹ ਮਹਾਰਾਜ ਨੀਂਦ ਵਿੱਚ ਮੈਨੂੰ ਭੈੜੇ ਫੁਰਨੇ ਗੰਦੇ ਸੁਪਨੇ ਆਦਿਕ ਨਾ ਆਉਣ। ਸੱਚੇ ਪਾਤਸ਼ਾਹ ਮਹਾਰਾਜ ਕੋਈ ਦੱਬਾ ਆਦਿਕ ਨਾ ਪਵੇ। ਆਪ ਜੀ ਕਿਰਪਾ ਕਰਿਓ ਤੁਹਾਡੇ ਗੁਰ ਮੰਤਰ ਵਿੱਚ ਮੇਰਾ ਚਿੱਤ ਜੁੜਿਆ ਰਹੇ। ਇਹ ਅਰਦਾਸ ਕੀਰਤਨ ਸੋਹਲੇ ਤੋਂ ਬਾਅਦ ਰਾਤ ਨੂੰ ਸੌਣ ਲੱਗਿਆ ਮਹਾਰਾਜ ਕਹਿੰਦੇ ਉਸ ਸਮੇਂ ਕਰੇ। ਸੱਚੇ ਪਾਤਸ਼ਾਹ ਦਾ ਧਿਆਨ ਕਰਕੇ ਅਰਦਾਸ ਕਰਨਾ ਕਰੇ। 35 ਗੁਰ ਪਸਾਰਾ ਕਰੇ ਬਦੈ ਪਸ਼ੂ ਕੀ ਬਹਿ। 35ਵੀਂ ਅਰਦਾਸ ਕਰੇ ਸੱਚੇ ਪਾਤਸ਼ਾਹ ਮਹਾਰਾਜ ਜੀ ਘਰ ਦੇ ਅੰਦਰ ਮਾਲ ਡੰਗਰ ਜਿਹੜਾ ਹੈ ਸਤਿਗੁਰੂ ਵੱਧਦਾ ਰਹੇ। ਸੱਚੇ ਪਾਤਸ਼ਾਹ ਮਹਾਰਾਜ ਜੀ ਇਹ ਵਿਭੂਤੀ ਕਦੇ ਮੁੱਕੇ ਨਾ। ਜਦੋਂ ਇਸ ਪ੍ਰਕਾਰ ਕੋਈ ਜਾਨਵਰਾਂ ਨੂੰ ਘਰ ਦੇ ਪਸ਼ੂਆਂ ਨੂੰ ਔਰ ਆਦਿਕ ਹੋਵੇ ਤਾਂ ਮਹਾਰਾਜ ਕਹਿੰਦੇ ਉਦੋਂ ਵੀ ਗੁਰੂ ਚਰਨਾਂ ਵਿੱਚ ਹੀ ਅਰਦਾਸ ਕਰੇ। ਕਿਸੇ ਦੇ ਕੋਲੋਂ ਕੋਈ ਫਾਂਡੇ ਆਦਿਕ ਨਾ ਕਰਾਉਂਦਾ ਫਿਰੇ, ਕਿਉਂਕਿ ਕਈ ਪ੍ਰਕਾਰ ਦੇ ਫਾਂਡੇ ਜਿਹੜੇ ਆ ਪਸ਼ੂਆਂ ਵਾਸਤੇ ਵੀ ਮਨਮਤ ਲੋਕ ਜਿਹੜੇ ਕਰਦੇ ਆ ਤੇ ਨਗਰਾਂ ਦੇ ਵਿੱਚ ਇਸ ਪ੍ਰਕਾਰ ਕਰਦੇ ਆ। ਸੱਪ ਡੰਗ ਜਾਵੇ ਤਾਂ ਵੀ ਫਾਂਡੇ ਆਦਿਕ ਕਰਾਉਂਦੇ ਆ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਇਹਨਾਂ ਸਭ ਵਾਸਤੇ ਹੀ ਅਰਦਾਸ ਗੁਰੂ ਚਰਨਾਂ ਵਿੱਚ ਕਰਨਾ ਕਰੇ। 36 ਅਰਦਾਸ ਹੋਏ ਭਾਵਨਾ ਅੰਤਰ ਭਾਵ ਫਲ ਦੇਸ਼। ਫਿਰ 36ਵੀਂ ਅਰਦਾਸ ਕੀ ਹੈ? ਮਹਾਰਾਜ ਕਹਿੰਦੇ ਇਹ ਅਰਦਾਸ ਕਰੇ ਮਹਾਰਾਜ ਜਿਹੜਾ ਮੇਰਾ ਅੰਤਸ਼ਕਰਨ ਦੇਸ਼ ਹੈ ਨਾ, ਜਿਹੜਾ ਮੇਰਾ ਅੰਦਰ ਹੈ, ਇਹਦੇ ਅੰਦਰ ਮਹਾਰਾਜ ਸਦਾ ਹੀ ਸ਼ਰਧਾ ਵਸੀ ਰਹੇ। ਮੈਂ ਸ਼ਰਧਾ ਤੋਂ ਹੀਣਾ ਨਾ ਕਦੇ ਹੋਵਾਂ। ਮਹਾਰਾਜ ਸ਼ਰਧਾ ਤੋਂ ਮੇਰਾ ਹਿਰਦਾ ਕਦੇ ਖਾਲੀ ਨਾ ਹੋਵੇ, ਕਦੇ ਨਾਸਤਿਕਤਾ ਮੇਰੇ ਮਨ ਅੰਦਰ ਨਾ ਆਵੇ। ਇਹ 36ਵੀਂ ਅਰਦਾਸ ਕਰੇ ਕਿ ਮੇਰੇ ਅੰਤਸ਼ਕਰਨ ਦੇ ਵਿੱਚ ਸਦਾ ਹੀ ਮਹਾਰਾਜ ਸ਼ਰਧਾ ਵਸੀ ਰਹੇ। 37 ਵੇਲ ਬਾਗ ਫਲੇ ਅਫਲ ਸਫਲ ਵਹਿ ਸ਼ੇਸ਼। 37ਵੀਂ ਅਰਦਾਸ ਕੀ ਕਰੇ? ਸੱਚੇ ਪਾਤਸ਼ਾਹ ਮਹਾਰਾਜ ਦੇ ਚਰਨਾਂ ਵਿੱਚ ਆਪਣੀ ਖੇਤੀ ਵਾਸਤੇ ਕਿ ਮਹਾਰਾਜ ਜੇ ਕਿਤੇ ਖੇਤੀ ਸਾਧ ਸੰਗਤ ਜੀ ਇਸ ਪ੍ਰਕਾਰ ਕਈ ਵਾਰ ਖੇਤੀਆਂ ਨੂੰ ਬਿਮਾਰੀ ਪੈ ਜਾਂਦੀ ਹੈ ਤੇ ਜਿੰਨਾ ਕੋ ਧਨ ਲਾਇਆ ਹੁੰਦਾ ਨਾ ਵਿਚਾਰੇ ਕਿਸਾਨ ਨੇ, ਜ਼ਿਮੀਂਦਾਰ ਨੇ, ਉਹਦੇ ਆਉਣ ਦੀ ਤਾਂ ਕੀ ਆਸ ਹੁੰਦੀ, ਫਿਰ ਨੁਕਸਾਨ ਹੋ ਜਾਣ ਦੀ ਆਸ ਹੁੰਦੀ ਹੈ ਕਿ ਹੁਣ ਤਾਂ ਵੱਡਾ ਨੁਕਸਾਨ ਹੋ ਜਾਵੇਗਾ। ਇਸ ਪ੍ਰਕਾਰ ਜੇ ਦਾਣੇ ਨਾ ਪੈਣ, ਫਲੀਆਂ ਨਾ ਪੈਣ ਤਾਂ ਮਹਾਰਾਜ ਕਹਿੰਦੇ ਉਸ ਸਮੇਂ ਅਰਦਾਸ ਕਰੇ ਗੁਰੂ ਚਰਨਾਂ ਦੇ ਵਿੱਚ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਗੁਰੂ ਨਾਨਕ ਸਾਹਿਬ ਜੀ ਏਡੀ ਕਿਰਪਾ ਕਰਦੇ ਆ, ਫੋਕੀਆਂ ਫਲੀਆਂ ਨੂੰ ਫਲ ਲਾ ਦਿੰਦੇ ਆ ਬਿਸ਼ੰਬਰਦਾਸ, ਉਹਨਾਂ ਦਾਣਿਆਂ ਨੂੰ ਭਰ ਦਿੰਦੇ ਆ ਸੱਚੇ ਪਾਤਸ਼ਾਹ ਮਹਾਰਾਜ ਜਿਨ੍ਹਾਂ ਵਿੱਚ ਗੁੱਦਾ ਆਦਿਕ ਹੁੰਦਾ, ਕੱਖ ਵੀ ਨਹੀਂ ਹੁੰਦਾ। ਇਥੋਂ ਤੱਕ ਕਿ ਸਤਿਗੁਰੂ ਜੀ ਵਿਉਹ ਭਰੇ ਫਲਾਂ ਨੂੰ ਵੀ ਮਿੱਠਾ ਕਰ ਦਿੰਦੇ ਹਨ। 38 ਮਨਮੁਖ ਉੱਠੇ ਸਨਮੁਖ ਝੁਕੈ ਨਵੇਂ ਗ੍ਰਹਿ ਆਰੰਭ। ਫਿਰ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ 38ਵੀਂ ਅਰਦਾਸ ਕਰੇ ਮਹਾਰਾਜ ਜੇ ਮੇਰੇ ਸਾਹਮਣੇ ਕੋਈ ਮਨਮੁਖ ਸਿਰ ਚੁੱਕੇ ਨਾ ਤੇ ਇੰਨਾ ਪ੍ਰਤਾਪ ਦਿਓ ਕਿ ਮਹਾਰਾਜ ਉਹ ਹੱਥ ਜੋੜ ਕੇ ਮੇਰੇ ਅੱਗੇ ਝੁਕ ਜਾਵੇ। ਸੱਚੇ ਪਾਤਸ਼ਾਹ ਜੀ ਇੰਨਾ ਮੁਖ ਮੰਡਲ ਤੇ ਪ੍ਰਤਾਪ ਬਖਸ਼ੋ ਕਿ ਕੋਈ ਮਨਮੁਖ ਮੇਰੇ ਸਾਹਮਣੇ ਸਿਰ ਚੁੱਕ ਕਰਕੇ ਆਪ ਜੀ ਦਾ ਨਰਾਦਰ ਨਾ ਕਰ ਸਕੇ। ਤੇ ਫਿਰ ਘਰ ਦੇ ਆਰੰਭ ਦੇ ਵਿੱਚ ਭਾਵ ਜਦੋਂ ਘਰ ਬਣਾਉਣਾ ਹੈ ਉਸ ਦੇ ਆਰੰਭ ਦੇ ਵਿੱਚ ਅਰਦਾਸ ਕਰਨਾ ਕਰੇ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ। ਮਹਾਰਾਜ ਇਸ ਨੂੰ ਨਿਰਵਿਘਨਤਾ ਸਹਿਤ ਸੱਚੇ ਪਾਤਸ਼ਾਹ ਸੰਪੂਰਨ ਕਰਿਓ ਜੀ। ਪ੍ਰਵੇਸ਼ 39 ਅਚਲ ਵਸ ਸਿੰਘ ਵਸਤ ਅਸੰਭ। 39ਵੀਂ ਅਰਦਾਸ ਕੀ ਹੈ? ਜਦੋਂ ਘਰ ਦੇ ਵਿੱਚ ਪ੍ਰਵੇਸ਼ ਹੋਣਾ ਉਸ ਤੋਂ ਪਹਿਲਾਂ ਅਰਦਾਸ ਕਰੇ ਸੱਚੇ ਪਾਤਸ਼ਾਹ ਮਹਾਰਾਜ ਜੀ ਇਸ ਘਰ ਦੇ ਵਿੱਚ ਮੈਨੂੰ ਅਚਲ ਵਾਸਾ ਬਖਸ਼ਿਓ, ਇਸ ਘਰ ਦੇ ਵਿੱਚ ਮਹਾਰਾਜ ਗੁਰਮਤਿ ਦਾ ਦਾਨ ਬਖਸ਼ਿਓ,
ਗਰੀਬ ਨਵਾਜ ਸਤਿਗੁਰੂ ਜੀ, ਸਾਰੇ ਹੀ ਪਦਾਰਥ ਤੁਹਾਡੀ ਕਿਰਪਾ ਹੋਈ ਤਾਂ ਫਿਰ ਇਸ ਘਰ ਵਿੱਚ ਰਹਿਣਗੇ। ਇਉਂ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਅਰਦਾਸ ਕਰੇ ਤੇ ਦਿੱਤੇ ਹੋਏ ਘਰ ਦਾ ਸ਼ੁਕਰਾਨਾ ਕਰਨਾ ਕਰੇ। 40ਵੀਂ ਖੇਤੀ ਪਾਰ ਮਾਤਾ ਕੋ ਅਮਾਨ ਵਾਧੇ ਕਾ ਆਸਾਨ। ਫਿਰ ਮਹਾਰਾਜ ਕਹਿੰਦੇ 40ਵੀਂ ਅਰਦਾਸ ਕੀ ਕਰਨੀ ਹੈ? ਜਦੋਂ ਸਾਧ ਸੰਗਤ ਜੀ ਖੇਤਾਂ ਦੇ ਅੰਦਰ ਬੀਜ ਬੀਜਣਾ ਨਾ, ਖੇਤ ਨੂੰ ਵਾਹ ਕਰਕੇ ਬੀਜ ਬੀਜਣ ਤੋਂ ਪਹਿਲਾਂ ਅਰਦਾਸ ਕਰਨੀ। ਜਿਹੜੇ ਗੁਰਮੁਖ ਨੇ ਸਾਧ ਸੰਗਤ ਜੀ, ਕਈਆਂ ਦੇ 1 ਕਿੱਲੇ ਦੇ ਵਿੱਚੋਂ ਹੀ 1.5 ਕਿੱਲੇ ਦੇ ਦਾਣੇ ਨਿਕਲ ਆਉਂਦੇ ਆ। ਪੁੱਛਦੇ ਉਹਨਾਂ ਨੂੰ ਕਈ ਵਾਰ ਮੰਡੀ ਦੇ ਵਿੱਚ, ਤੁਸੀਂ 1 ਕਿੱਲੇ ਵਿੱਚੋਂ ਇੰਨੀਆਂ ਬੋਰੀਆਂ ਕਿੱਦਾਂ ਕੱਢ ਲਈਆਂ? ਸਾਧ ਸੰਗਤ ਜੀ ਉਹ ਅਰਦਾਸ ਕਰਦੇ ਆ ਬੀਜ ਪਾਉਣ ਤੋਂ ਪਹਿਲਾਂ। ਬੀਜ ਪਾਉਣ ਤੋਂ ਪਹਿਲਾਂ ਮਹਾਰਾਜ ਕਹਿੰਦੇ ਅਰਦਾਸ ਕਰੇ, ਸੱਚੇ ਪਾਤਸ਼ਾਹ ਬੀਜ ਤਾਂ ਮੈਂ ਪਾ ਦੇਣ ਲੱਗਾ ਹਾਂ, ਧਰਤੀ ਮਾਤਾ ਦੀ ਅਮਾਨਤ ਰੱਖਣ ਲੱਗਾ ਹਾਂ, ਪਰ ਮਹਾਰਾਜ ਇਹਨੂੰ ਫਲ ਲਾਉਣਾ ਮੇਰੇ ਹੱਥ ਨਹੀਂ ਹੈ। ਫਲ ਸੱਚੇ ਪਾਤਸ਼ਾਹ ਤੁਸਾਂ ਲਾਉਣਾ ਹੈ। ਮੈਂ ਤਾਂ ਕਰਮ ਕਰ ਸਕਦਾ, ਕਰਮ ਕਰਨ ਵਾਸਤੇ ਸਰੀਰ ਮਿਲਿਆ, ਪਰ ਮਹਾਰਾਜ ਕਰਮ ਦਾ ਫਲ ਤੁਸਾਂ ਦੇਣਾ ਸੱਚੇ ਪਾਤਸ਼ਾਹ। ਇਸ ਪ੍ਰਕਾਰ ਸਤਿਗੁਰੂ ਦੇ ਚਰਨਾਂ ਵਿੱਚ ਅਰਦਾਸ ਕਰੇ। ਸਾਧ ਸੰਗਤ ਜੀ, ਇੱਕ ਗੁਰਮੁਖ ਪਿਆਰੇ ਸਨ, ਬੜੀ ਸ਼ਰਧਾ ਦੇ ਨਾਲ ਇਉਂ ਮਹਾਰਾਜ ਦੇ ਚਰਨਾਂ ਵਿੱਚ ਅਰਦਾਸ ਕਰਕੇ ਬੀਜ ਬੋਇਆ ਕਰਦੇ ਤੇ ਜਦੋਂ ਆਪਣੀ ਖੇਤੀ ਵਿੱਚ ਛਟਾ ਦਿੰਦੇ ਸਨ, ਉਸ ਸਮੇਂ ਉਹ ਜਾਂ ਤਾਂ ਵਾਹਿਗੁਰੂ ਮੰਤਰ ਦਾ ਜਾਪ ਕਰਦੇ ਜਾਂ ਫਿਰ ਜਪਜੀ ਸਾਹਿਬ ਦਾ ਪਾਠ ਕਰਿਆ ਕਰਦੇ। ਤੇ ਬਾਕੀ ਕਿਸਾਨਾਂ ਜ਼ਿਮੀਂਦਾਰਾਂ ਨਾਲੋਂ ਉਹਨਾਂ ਦੀ ਜਿਹੜੀ ਫਸਲ ਸੀ ਉਹ ਵਧੇਰੇ ਪ੍ਰਫੁੱਲਤ ਹੁੰਦੀ ਸੀ, ਬਹੁਤ ਜ਼ਿਆਦਾ ਵੱਡਾ ਬੋਹਲ ਹੁੰਦਾ ਸੀ। ਸੱਚੇ ਪਾਤਸ਼ਾਹ ਮਹਾਰਾਜ ਉਸ ਨੂੰ ਫਿਰ ਭਾਗ ਲਾ ਦਿੰਦੇ ਆ। 40ਵੀਂ ਅਰਦਾਸ ਇਹ ਕਰੇ ਕਿ ਬੀਜ ਬੋਣ ਤੋਂ ਪਹਿਲਾਂ ਮਹਾਰਾਜ ਨੂੰ ਧਿਆਵੇ, ਸੱਚੇ ਪਾਤਸ਼ਾਹ ਕਿਰਪਾ ਕਰਿਓ, ਮੈਂ ਬੀਜ ਬੋ ਦੇਣ ਲੱਗਾ ਹਾਂ, ਮਹਾਰਾਜ ਇਸ ਨੂੰ ਫਲ ਤੁਸਾਂ ਲਾਉਣਾ ਹੈ। ਫਿਰ ਮਹਾਰਾਜ ਕਹਿੰਦੇ ਬਸੰਬਰਦਾਸ ਗੁਰੂ ਨਾਨਕ ਸਾਹਿਬ ਕਿਰਪਾ ਕਰਦੇ ਆ, ਖੇਤੀ ਬਹੁਤ ਸੁਖਦਾਈ ਫਲਦੀ ਹੈ। 41 ਕੂਆ ਅਖੰਡ ਗੁਰ ਪੂਰਨ ਬ੍ਰਹਮੰਡ। ਇਹ ਸਾਰੇ ਬ੍ਰਹਮੰਡ ਦੇ ਮਾਲਕ ਸਤਿਗੁਰੂ 41ਵੀਂ ਅਰਦਾਸ ਕਰੇ, ਮਹਾਰਾਜ ਮੇਰਾ ਜਿਹੜਾ ਲੱਗਿਆ ਹੋਇਆ ਖੂਹ ਹੈ ਨਾ, ਇਹਦਾ ਜਲ ਅਖੰਡ ਰਹੇ। ਕਿਉਂਕਿ ਸਾਧ ਸੰਗਤ ਜੀ, ਗਰਮੀ ਆਦਿਕ ਦੀਆਂ ਰੁੱਤਾਂ ਦੇ ਵਿੱਚ ਨਾ ਖੂਹਾਂ ਦੇ ਪਾਣੀ ਥੱਲੇ ਚਲੇ ਜਾਂਦੇ, ਤਾਂ ਉਹਨਾਂ ਸਮਿਆਂ ਵਿੱਚ ਪਾਣੀ ਦਾ ਇੱਕ ਸਾਧ ਸੰਗਤ ਸਰੋਤ ਖੂਹ ਹੀ ਹੁੰਦੇ ਸਨ। ਜਦੋਂ ਕਿਸੇ ਦਾ ਖੂਹ ਹੀ ਸੁੱਕ ਗਿਆ ਤਾਂ ਉਹ ਖੇਤੀ ਕੀ ਕਰੇਗਾ? ਮਹਾਰਾਜ ਕਹਿੰਦੇ ਨੇ ਇਸ ਪ੍ਰਕਾਰ ਅਰਦਾਸ ਕਰੇ। ਕਿਉਂਕਿ ਸਾਧ ਸੰਗਤ ਜੀ, ਜਿੱਥੇ ਸਤਿਗੁਰੂ ਦੀ ਕਿਰਪਾ ਨਾ ਹੋਵੇ ਉੱਥੇ ਜਲ ਨਹੀਂ ਟਿਕਦਾ ਹੈ। ਜਿਵੇਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੀ ਰੀਸ ਦੇ ਉੱਤੇ ਇਮਾਰਤਾਂ ਤਾਂ ਬਣਾ ਲਈਆਂ, ਸਰੋਵਰ ਤਾਂ ਬਣਾ ਲਏ, ਪਰ ਉਹਨਾਂ ਵਿੱਚ ਜਲ ਨਹੀਂ ਟਿਕ ਸਕਿਆ। ਸੱਚੇ ਪਾਤਸ਼ਾਹ ਦੀ ਰੀਸ ਤਾਂ ਕਰਨ ਪਏ, ਪਰ ਉੱਥੇ ਜਲ ਨਹੀਂ ਖਲੋਂਦਾ ਹੈ। ਸਤਿਗੁਰੂ ਜੀ ਕਹਿੰਦੇ ਜਦੋਂ ਖੂਹ ਲਵਾਵੇ ਨਾ, ਤਾਂ ਖੂਹ ਦੇ ਵਾਸਤੇ ਅਰਦਾਸ ਕਰੇ, ਮਹਾਰਾਜ ਇਸ ਦਾ ਜਲ ਅਖੰਡ ਰਹੇ, ਇੱਕ ਰਸ ਰਹੇ। ਸੱਚੇ ਪਾਤਸ਼ਾਹ ਸਤਿਗੁਰੂ ਨੂੰ ਪੂਰਨ ਬ੍ਰਹਮੰਡ ਦੇ ਮਾਲਕ ਜਾਣ ਕਰਕੇ ਹਰੇਕ ਤਰ੍ਹਾਂ ਦੀ ਅਰਦਾਸ ਵਾਸਤੇ ਸਤਿਗੁਰੂ ਨੂੰ ਹੀ ਧਿਆਉਣਾ ਕਰੇ। 42 ਵੰਡੇ ਰਿੱਧ ਬ੍ਰਿਧ ਸਤਿਗੁਰ ਸਭ ਸਿੱਧ। ਫਿਰ ਇਸ ਪ੍ਰਕਾਰ ਜਦੋਂ ਆਪਣੇ ਬੋਹਲ ਆਦਿਕ ਨੂੰ ਵੰਡਣ ਲੱਗੇ, ਭਾਵ ਜਿੰਨਾ ਕੰਮ ਕੀਤਾ ਉਹਨਾਂ ਨੂੰ ਇਸ ਪ੍ਰਕਾਰ ਦੇਣਾ ਹੋਵੇ ਤਾਂ ਵਾਧੇ ਵਿੱਚ ਦਵੇ, ਕਿਸੇ ਕਾਮੇ ਦੀ ਮਿਹਨਤ ਨਾ ਰੱਖੇ। ਫਿਰ ਮਹਾਰਾਜ ਕਹਿੰਦੇ ਇਸ ਪ੍ਰਕਾਰ ਉਹਨਾਂ ਪਦਾਰਥਾਂ ਨੂੰ ਗੁਰੂ ਕਾ ਜਾਣ ਕੇ ਵੰਡੇ। ਇਹ ਨਹੀਂ ਕਿ ਤੇਰੇ ਕੋਲ ਆਇਆ ਕੋਈ ਭੁੱਖਾ ਜਿਹੜਾ ਉਹ ਖਾਲੀ ਮੁੜ ਜਾਵੇ, ਤਾਂ ਮਹਾਰਾਜ ਕਹਿੰਦੇ ਇਉਂ ਨਹੀਂ। ਅਰਦਾਸ ਕਰੇ ਤੇ ਸੱਚੇ ਪਾਤਸ਼ਾਹ ਮਹਾਰਾਜ ਇੰਨੀ ਫਿਰ ਬਰਕਤ ਪਾਉਂਦੇ ਆ ਜਦੋਂ ਇੰਨੀ ਇਸ ਪ੍ਰਕਾਰ ਸ਼ਰਧਾ ਨਾਲ ਤੂੰ ਵੰਡੇਗਾ। ਤੇ ਇਸ ਪ੍ਰਕਾਰ ਮਹਾਰਾਜ ਕਹਿੰਦੇ ਉਸ ਦੇ ਵਿੱਚ ਰਿੱਧੀ ਦੀ ਸ਼ਕਤੀ ਫਿਰ ਪ੍ਰਵੇਸ਼ ਕਰ ਜਾਂਦੀ ਹੈ। ਉਹ ਅੰਨ ਕਦੇ ਵੀ ਟੋਟੇ ਵਿੱਚ ਨਹੀਂ ਆਉਂਦਾ, ਵੱਧ ਜਾਂਦਾ ਹੈ। ਰਿੱਧੀ ਦੀ ਸ਼ਕਤੀ ਦੇ ਨਾਲ ਭਾਵੇਂ ਸਾਰੇ ਖਰਚ ਲੈਣ, ਉਸ ਨੂੰ ਖਾ ਲੈਣ, ਤਾਂ ਵੀ ਮੁੱਕਦਾ ਨਹੀਂ। ਮਹਾਰਾਜ ਕਹਿੰਦੇ ਇਸ ਪ੍ਰਕਾਰ ਦੀ ਅਰਦਾਸ ਕਰੇ ਤੇ ਖੁੱਲਾ ਹੀ ਇਸ ਪ੍ਰਕਾਰ ਵੰਡ ਦੇਵੇ, ਕਦੇ ਮਨ ਵਿੱਚ ਸ਼ੰਕਾ ਨਾ ਕਰੇ, ਤੇ ਫਿਰ ਗੁਰੂ ਸਾਹਿਬ ਵਾਧਾ ਪਾਉਂਦੇ ਹਨ। 43 ਸਤਿਗੁਰ ਟੇਕ ਰਾਖ ਦਿਖਾਵੇ ਸਿਦਕ ਸਾਖ। 43ਵੀਂ ਅਰਦਾਸ ਮਹਾਰਾਜ ਕਹਿੰਦੇ ਸਦਾ ਗੁਰੂ ਕੀ ਟੇਕ ਰੱਖੇ, ਗੁਰੂ का ਆਸਰਾ ਰੱਖੇ। ਇਹ ਅਰਦਾਸ ਕਰੇ ਮਹਾਰਾਜ ਸੱਚੇ ਪਾਤਸ਼ਾਹ ਮੇਰੇ ਜਿਵੇਂ ਅੰਦਰ ਸਿਦਕ ਬਖਸ਼ਿਆ ਹੈ, ਮਹਾਰਾਜ ਮੇਰੇ ਵਿਹਾਰ ਦੇ ਵਿੱਚ ਵੀ ਸਿਦਕ ਕਾਇਮ ਹੀ ਰਹੇ। ਮੈਂ ਜਦੋਂ ਕਿਸੇ ਨਾਲ ਜ਼ਿੰਦਗੀ ਦੇ ਵਿੱਚ ਮਹਾਰਾਜ ਅਮਲ ਦੇ ਰੂਪ ਵਿੱਚ ਕੋਈ ਕੰਮ ਕਰਨ ਲੱਗਾ ਤਾਂ ਉਦੋਂ ਮੇਰਾ ਸਿਦਕ ਨਾ ਡੋਲ ਜਾਵੇ। ਕਈ ਜਦੋਂ ਸਤ ਸੰਗਤ ਕਰਦੇ ਆ ਉਦੋਂ ਤਾਂ ਗੁਰਮੁਖਤਾਈ ਵਾਲੀਆਂ ਬਹੁਤ ਗੱਲਾਂ ਕਰਦੇ, ਪਰ ਜਦੋਂ ਉਹਨਾਂ ਨਾਲ ਕੋਈ ਵਿਹਾਰ ਪੈ ਜਾਵੇ ਨਾ ਤਾਂ ਉਹ ਪੂਰਾ ਹੀ ਉਸ ਸਮੇਂ ਫਿਰ ਤੋਲ ਕੇ ਕਹਿੰਦੇ ਨਹੀਂ ਇਹ ਤੇ ਇੰਨੇ ਹੀ ਪੈਸੇ ਲੱਗਣੇ।
ਜਾਂ ਕੋਈ ਵਪਾਰੀ ਹੋਵੇ ਜਾਂ ਕੋਈ ਸੁਨਿਆਰਾ ਹੋਵੇ, ਉਹਨੂੰ ਕਹੇ ਕਿ ਨਹੀਂ ਗੁਰੂ ਘਰ ਦਾ ਇਹ ਕਾਰਜ ਹੈ, ਨਾ ਪਈਏ ਤੇ ਇੰਨੇ ਹੀ ਪੈਸੇ ਲੱਗਣੇ, ਉਸ ਸਮੇਂ ਗੁਰਮੁਖਤਾਈ ਫਿਰ ਨਹੀਂ ਅੰਦਰ ਰਹਿੰਦੀ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਗੁਰੂ ਚਰਨਾਂ ਵਿੱਚ ਇਹ ਅਰਦਾਸ ਕਰਕੇ ਮੰਗੇ, ਸੱਚੇ ਪਾਤਸ਼ਾਹ ਮਹਾਰਾਜ ਜੀ ਜਿਹੋ ਜਿਹਾ ਸਿਦਕ ਆਪ ਜੀ ਕਹਿੰਦੇ ਹੋ ਨਾ, ਉਹ ਮੇਰੇ ਵਿਹਾਰਾਂ ਦੇ ਵਿੱਚ ਵੀ ਕਾਇਮ ਰਹੇ। ਮੈਂ ਜ਼ਿੰਦਗੀ ਦੇ ਵਿੱਚ ਜਦੋਂ ਵਰਤਾਂ ਨਾ, ਵਿਹਾਰ ਕਰਾਂ, ਤਾਂ ਸੱਚੇ ਪਾਤਸ਼ਾਹ ਸਿਦਕ ਤੋਂ ਕਦੇ ਡੋਲਾਂ ਨਾ। ਜੋ ਤਾਲੀ ਗੁਪਤ ਕਾਮ ਅੰਤਰਜਾਮੀ ਸਫਲ ਜਾਨ। ਫਿਰ ਕੋਈ ਗੁਪਤ ਕੰਮ ਪੈ ਜਾਵੇ ਜਿਹੜਾ ਨਾ ਪੁੱਤਰ ਨੂੰ ਦੱਸਿਆ ਜਾਵੇ ਨਾ ਇਸਤਰੀ ਨੂੰ ਦੱਸਣ ਯੋਗ ਹੋਵੇ, ਤਾਂ ਮਹਾਰਾਜ ਕਹਿੰਦੇ ਸਤਿਗੁਰੂ ਨੂੰ ਅੰਤਰਜਾਮੀ ਜਾਣ ਕੇ ਜਦੋਂ ਅਰਦਾਸ ਕਰੇ ਤਾਂ ਬਿਸੰਬਰ ਦਾਸ ਉਹ ਗੁਪਤ ਕੰਮ ਵੀ ਸਫਲ ਹੋ ਜਾਂਦਾ ਹੈ, ਉਹ ਗੁਪਤ ਕਾਰਜ ਵੀ ਜਿਹੜਾ ਰਾਸ ਹੋ ਜਾਂਦਾ ਹੈ। 45 ਬਾਹਰ ਕੀਤ ਊਦ ਧਾਵੈ ਜਾਹਰ ਪਰਦੇਸ ਜਾਵੈ। 45ਵੀਂ ਅਰਦਾਸ ਹੈ, ਮਹਾਰਾਜ ਕਹਿੰਦੇ ਬਾਹਰ ਘਰ ਤੋਂ ਇੱਧਰ ਉੱਧਰ ਜਿੱਥੇ ਮਰਜੀ ਜਾਣਾ ਹੋਵੇ ਉਸ ਸਮੇਂ ਅਰਦਾਸ ਕਰਕੇ ਤੁਰੇ। ਤੇ ਇਸ ਪ੍ਰਕਾਰ ਜੇ ਜਾਹਰ ਪ੍ਰਗਟ ਹੀ ਪਰਦੇਸ ਨੂੰ ਜਾਣਾ ਹੋਵੇ ਤਾਂ ਵੀ ਘਰੋਂ ਅਰਦਾਸ ਕਰਕੇ ਚੱਲੇ। ਗੁਰੂ ਪਿਆਰੀ ਸਾਧ ਸੰਗਤ ਜੀ, ਗੁਰਸਿੱਖਾਂ ਦਾ ਇਹ ਵਿਹਾਰ ਹੁੰਦਾ ਹੈ, ਜਦੋਂ ਵੀ ਘਰੋਂ ਕਿਸੇ ਪਾਸੇ ਤੁਰਦੇ ਹਨ ਤਾਂ ਅਰਦਾਸ ਕਰਕੇ ਹੀ ਤੁਰਦੇ ਨੇ। ਤੇ ਇਸ ਪ੍ਰਕਾਰ ਜੇ ਕਿਤੇ ਯਾਦ ਭੁੱਲ ਜਾਵੇ ਨਾ, ਤਾਂ ਉਸ ਸਮੇਂ ਜਿੱਥੇ ਵੀ ਯਾਦ ਆਵੇ ਉੱਥੇ ਆਪਣਾ ਵਾਹਨ ਰੋਕ ਕੇ ਅਰਦਾਸ ਜ਼ਰੂਰ ਕਰ ਲਵੇ। ਅਰਦਾਸ ਦੀ ਮਰਿਆਦਾ ਨੂੰ ਜ਼ਰੂਰ ਪੂਰਿਆਂ ਕਰੇ, ਕਿਉਂਕਿ ਜੇ ਅਰਦਾਸ ਕੀਤੀ ਹੋਵੇਗੀ ਤਾਂ ਸਤਿਗੁਰੂ ਆਉਂਦੇ ਹੋਏ ਵਿਘਨਾਂ ਨੂੰ ਫਿਰ ਟਾਲ ਦਿੰਦੇ ਹੈ। ਜੇ ਕੋਈ ਐਕਸੀਡੈਂਟ ਵਗੈਰਾ ਕੋਈ ਇਸ ਪ੍ਰਕਾਰ ਉਤੋਂ ਆ ਕੇ ਦੁੱਖ ਪੈਣਾ ਹੋਵੇ ਤਾਂ ਗੁਰੂ ਸਾਹਿਬ ਉਹਦੇ ਵਿੱਚ ਵੀ ਸਹਾਈ ਹੁੰਦੇ ਆ, ਹੱਥ ਦੇ ਕੇ ਰੱਖ ਲੈਂਦੇ ਹਨ। ਇਸ ਕਰਕੇ ਘਰੋਂ ਮਹਾਰਾਜ ਕਹਿੰਦੇ ਇੱਧਰ ਉੱਧਰ ਜਿੱਧਰ ਮਰਜੀ ਜਾਣਾ ਹੋਵੇ, ਜਿੱਥੇ ਵੀ ਤੁਰਨਾ ਹੋਵੇ ਤੇ ਘਰੋਂ ਅਰਦਾਸ ਕਰਕੇ ਹੀ ਤੁਰਨਾ ਕਰੇ। ਜੇ ਜਾਹਰ ਹੀ ਪ੍ਰਗਟ ਹੀ ਪਰਦੇਸ ਨੂੰ ਚੱਲਿਓ ਤਾਂ ਵੀ ਅਰਦਾਸ ਕਰਕੇ ਚੱਲਣਾ ਚਾਹੀਦਾ ਹੈ। 46ਵੀਂ ਘਰ ਫੂਟ ਮੈਂ ਘਰ ਸਭ ਵਿਹਾਲ ਭਗਤ ਪ੍ਰਤਪਾਲ। ਫਿਰ 46ਵੀਂ ਅਰਦਾਸ ਕਰੇ, ਜੇ ਘਰ ਵਿੱਚ ਫੁੱਟ ਪੈ ਜਾਵੇ ਮਹਾਰਾਜ ਘਰ ਵਿੱਚ ਫੁੱਟ ਪਈ ਨੂੰ ਦੂਰ ਕਰੋ। ਘਰ ਦੇ ਜੀ ਸਾਰੇ ਮਹਾਰਾਜ ਲੜ ਲੜ ਬਿਹਾਲ ਹੋਈ ਜਾਂਦੇ ਐ, ਸੱਚੇ ਪਾਤਸ਼ਾਹ ਮੈਂ ਤੁਹਾਡਾ ਭਗਤ ਹਾਂ, ਮੈਂ ਤੁਹਾਡਾ ਸਿੱਖ ਹਾਂ, ਮਹਾਰਾਜ ਮੇਰੀ ਪ੍ਰਤਪਾਲ ਕਰੋ। ਸੱਚੇ ਪਾਤਸ਼ਾਹ ਸੰਸਾਰ ਕੀ ਕਹੇਗਾ, ਇਹਦਾ ਘਰ ਤਾਂ ਆਪ ਸਾਰਾ ਉਜੜਿਆ ਹੋਇਆ ਹੈ, ਇਹਦੇ ਘਰ ਵਿੱਚ ਫੁੱਟ ਪਈ ਹੋਈ ਆ, ਘਰ ਦੇ ਜੀ ਲੜੀ ਜਾਂਦੇ ਆ। ਮਹਾਰਾਜ ਕਹਿੰਦੇ ਉਸ ਸਮੇਂ ਵੀ ਘਰ ਦੀ ਫੁੱਟ ਦੂਰ ਕਰਨ ਵਾਸਤੇ, ਘਰ ਦੇ ਜੀਆਂ ਵਿੱਚ ਸੁਖ ਸ਼ਾਂਤੀ ਬਹਾਲ ਕਰਨ ਵਾਸਤੇ ਗੁਰੂ ਚਰਨਾਂ ਵਿੱਚ ਹੀ ਅਰਦਾਸ ਕਰਨਾ ਕਰੇ। 47 ਖਜ਼ਾਨੇ ਆਕਾਰ ਘਟੇਕ ਰਾਖਾ ਤੂੰ ਹੀ ਏਕ। ਫਿਰ ਜੇ ਖਜ਼ਾਨਾ ਕੋਲ ਹੋਵੇ ਨਾ ਤਾਂ ਮਹਾਰਾਜ ਕਹਿੰਦੇ ਨੇ 47ਵੀਂ ਅਰਦਾਸ ਇਹ ਹੈ ਕਿ ਉਹਦੇ ਵਾਸਤੇ ਚਿੰਤਾ ਹੀ ਨਾ ਕਰੀ ਜਾਵੇ ਕਿ ਚੋਰ ਲੈ ਜਾਣਗੇ, ਅੱਗ ਵਿੱਚ ਨਾ ਸੜ ਜਾਵੇ, ਪਾਣੀ ਵਿੱਚ ਨਾ ਡੁੱਬ ਜਾਵੇ, ਇਉਂ ਨਾ ਹੋ ਜਾਵੇ। ਜੇ ਤਾਂ ਹੱਕ ਸੱਚ ਦੀ ਕਮਾਈ ਹੈ ਤਾਂ ਮਹਾਰਾਜ ਕਹਿੰਦੇ ਉਸ ਦੇ ਫਿਰ ਗੁਰੂ ਸਾਹਿਬ ਰਾਖੇ ਹੁੰਦੇ ਆ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ 47ਵੀਂ ਅਰਦਾਸ ਕਰਕੇ ਆਪ ਨਿਚਿੰਤ ਹੋ ਜਾਵੇ ਕਿ ਮਹਾਰਾਜ ਇਸ ਖਜ਼ਾਨੇ ਦੇ ਰਖਸ਼ਕ ਤੁਸੀਂ ਹੋ। ਸੱਚੇ ਪਾਤਸ਼ਾਹ ਮਹਾਰਾਜ ਤੁਸੀਂ ਆਪ ਹੀ ਕਿਰਪਾ ਕਰਕੇ ਇਸ ਦੀ ਰੱਖਿਆ ਕਰਿਓ, ਗੁਰੂ ਕੀ ਟੇਕ ਰੱਖੇ, ਗੁਰੂ ਕਾ ਆਸਰਾ ਹੀ ਰੱਖਣਾ ਕਰੇ। 48 ਰੋਗ ਜੁਰੇ ਸਤਿਗੁਰ ਸ਼ਾਂਤ ਸਿੱਖ ਕੋ ਅਨਾਗਤ। ਫਿਰ ਮਹਾਰਾਜ ਕਹਿੰਦੇ ਹਨ ਇਸ ਪ੍ਰਕਾਰ ਕਿ ਜੇ ਕੋਈ ਰੋਗ ਜੁੜ ਜਾਵੇ, ਇਸ ਪ੍ਰਕਾਰ ਰੋਗ ਜਿਹੜਾ ਹੈ ਮਨ ਕਰਕੇ ਜਾਂ ਸਰੀਰ ਕਰਕੇ, ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਸਤਿਗੁਰੂ ਜੀ ਦੇ ਅੱਗੇ ਸ਼ਾਂਤੀ ਵਾਸਤੇ ਅਰਦਾਸ ਕਰੇ, ਰੋਗ ਦੀ ਨਿਵਰਤੀ ਵਾਸਤੇ ਅਰਦਾਸ ਕਰਨਾ ਕਰੇ। ਤੇ ਇੱਕ ਰਸ ਸਿੱਖਾਂ ਨੂੰ ਭਾਵ ਜਿਹੜਾ ਪ੍ਰਸ਼ਾਦਾ ਛਕਾਉਣਾ ਕਰੇ ਭਾਵਨਾ ਦੇ ਨਾਲ ਗੁਰੂ ਰੂਪ ਜਾਣ ਕਰਕੇ। 49 ਮਿਲੇ ਵਿਛੜੇ ਕੋ ਆਵੇ ਘੋਰ ਬਾਲਮ ਜਾਣੈ ਸਭ ਆਲਮ। ਫਿਰ ਸਾਧ ਸੰਗਤ ਜੀ 49ਵੀਂ ਅਰਦਾਸ ਇਹ ਕਰੇ, ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਗੁਰੂ ਸਾਹਿਬ ਜੀ ਨੂੰ ਇਹ ਜਾਣ ਕਰਕੇ ਮਹਾਰਾਜ ਤੁਸੀਂ ਵਿਛੜੇ ਹੋਏ ਮੇਲ ਦਿੰਦੇ ਹੋ। ਸੱਚੇ ਪਾਤਸ਼ਾਹ ਹੈ ਗਰੀਬ ਨਵਾਜ ਸਤਿਗੁਰੂ ਇਸ ਗੱਲ ਨੂੰ ਸਾਰਾ ਆਲਮ ਜਾਣਦਾ ਹੈ। ਪਹਿਲੀ ਅਰਦਾਸ ਕਰੇ ਕਿ ਮਹਾਰਾਜ ਮੈਨੂੰ ਆਪਣੇ ਆਪ ਤੋਂ ਵਿਛੜੇ ਹੋਏ ਨੂੰ ਮੇਲ ਲਓ। ਸੱਚੇ ਪਾਤਸ਼ਾਹ ਗਰੀਬ ਨਵਾਜ ਸਤਿਗੁਰੂ ਕਹਿੰਦੇ ਨੇ ਮਿਰਤਕ ਕੋ ਪਾਇਓ ਤਨ ਸਾਸਾ ਵਿਛੜਤ ਆਨ ਮਿਲਾਇਆ। ਗੁਰੂ ਸਾਹਿਬ ਜੀ ਏਡੇ ਸਮਰੱਥ ਨੇ, ਮੁਰਦੇ ਵਿੱਚ ਸਾਹ ਪਾ ਦਿੰਦੇ ਆ ਤੇ ਵਿਛੜਿਆਂ ਹੋਇਆਂ ਨੂੰ ਮੇਲ ਦਿੰਦੇ ਆ। ਅਥਵਾ ਜੇ ਕੋਈ ਜੀਵਨ ਸਾਥੀ ਦੇ ਨਾਲ ਵਿਛੋੜਾ ਪੈ ਜਾਵੇ ਤਾਂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਉਦੋਂ ਵੀ ਗੁਰੂ ਚਰਨਾਂ ਵਿੱਚ ਅਰਦਾਸ ਕਰੇ, ਮਹਾਰਾਜ ਸੱਚੇ ਪਾਤਸ਼ਾਹ ਤੁਸੀਂ ਵਿਛੜਿਆਂ ਨੂੰ ਮੇਲ ਦਿੰਦੇ ਹੋ, ਗਰੀਬ ਨਵਾਜ ਕਿਰਪਾ ਕਰਕੇ ਮਹਾਰਾਜ ਮੇਰਾ ਵੀ ਮਿਲਾਪ ਕਰਾ ਦਿਓ ਮੇਰੇ ਪਤੀ ਦੇ ਨਾਲ, ਇਸ ਪ੍ਰਕਾਰ ਜਾਂ ਆਪਣੀ ਇਸਤਰੀ ਦੇ ਨਾਲ।
ਫਿਰ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਜੇ ਕੋਈ ਗਵਾਚ ਜਾਵੇ ਆਪਣਾ ਪੁੱਤਰ ਜਾਂ ਕੋਈ ਸੰਬੰਧੀ ਜਾਂ ਕੋਈ ਇਸ ਪ੍ਰਕਾਰ ਕੋਈ ਰਿਸ਼ਤੇਦਾਰ, ਤਾਂ ਉਸ ਦੇ ਗਵਾਚੇ ਦੇ ਵਾਸਤੇ ਵੀ ਗੁਰੂ ਚਰਨਾਂ ਵਿੱਚ ਹੀ ਅਰਦਾਸ ਕਰੇ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਦੋਂ ਅਰਦਾਸ ਕਰੇ ਤਾਂ ਗੁਰੂ ਸਾਹਿਬ ਨੂੰ ਸਭ ਬ੍ਰਹਿਮੰਡ ਦਾ ਮਾਲਕ ਜਾਣ ਕੇ, ਸਾਰੇ ਕਾਰਜਾਂ ਨੂੰ ਕਰਨ ਦੇ ਸਮਰੱਥ ਸਤਿਗੁਰੂ ਨੂੰ ਜਾਣ ਕੇ ਅਰਦਾਸ ਕਰੇ ਤਾਂ ਸਤਿਗੁਰੂ ਪਾਤਸ਼ਾਹ ਮਹਾਰਾਜ ਵਿਛੜਿਆ ਹੋਇਆਂ ਨੂੰ ਮੇਲ ਦਿੰਦੇ ਹਨ। 50 ਛਾਤੀ ਕੀ ਖੁਲਾ ਗੁਰ ਦਰਬਾਰ ਇੱਛਾ ਵਿਹਾਰ। ਫਿਰ 50ਵੀਂ ਅਰਦਾਸ ਕੀ ਕਰੇ ਮਹਾਰਾਜ ਕਹਿੰਦੇ ਜਦੋਂ ਆਨੰਦ ਕਾਰਜ ਕਰਨਾ ਹੋਵੇ ਤਾਂ ਖੁੱਲੇ ਗੁਰੂ ਕੇ ਦਰਬਾਰ ਵਿੱਚ, ਜਿੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪ੍ਰਕਾਸ਼ ਹੋਵੇ, ਤੇ ਇੱਛਾ ਵਿਹਾਰ ਜਿੰਨੀ ਗੁਰੂ ਸਾਹਿਬ ਜੀ ਦੀ ਇੱਛਾ ਭਾਵ ਗੁਰੂ ਸਾਹਿਬ ਦੇ ਹੁਕਮ ਦੇ ਮੁਤਾਬਕ, ਮਰਜ਼ਾਦਾ ਦੇ ਮੁਤਾਬਕ ਆਨੰਦ ਕਾਰਜ ਕਰੇ। ਸੱਚੇ ਪਾਤਸ਼ਾਹ ਮਹਾਰਾਜ ਨੇ ਕਿਹਾ ਉਸ ਸਮੇਂ ਆਪਣੀ ਇੱਛਾ ਨਾ ਵਰਤੇ। ਇਸ ਪ੍ਰਕਾਰ ਗਹਿਣੇ ਗੱਟੇ ਆਦਿਕ ਪਾਉਣੇ, ਸਿਹਰੇ ਕਲਗੀਆਂ ਲਾਉਣੇ, ਘੋੜਿਆਂ ਤੇ ਚੜ੍ਹਨਾ, ਇਸ ਪ੍ਰਕਾਰ ਢੋਲ ਢਮੱਕੇ ਦੇ ਨਾਲ ਭੰਗੜਾ ਪਾਉਣਾ, ਬੱਕਰੇ ਵੱਢ ਦੇਣੇ, ਸਭ ਇਤਿਆਦਿਕ ਮਨਮਤਾਂ ਹਨ। ਇਸ ਕਰਕੇ ਮਹਾਰਾਜ ਨੇ ਸਾਰਾ ਕੁਝ ਹੀ ਇੱਛਾ ਵਿਹਾਰ ਦੇ ਵਿੱਚ ਜੋੜ ਦਿੱਤਾ ਕਿ ਜਿਵੇਂ ਗੁਰੂ ਸਾਹਿਬ ਦੀ ਇੱਛਾ ਹੈ ਮਾਈਏ ਆਦਿਕ ਲਾਉਣੇ, ਗੰਦੇ ਗੀਤ ਗਾਈ ਜਾਣੇ, ਰੋਟੇ ਆਦਿਕ ਬਣਾਈ ਜਾਣੇ, ਧਾਗੇ ਹੱਥਾਂ ਨੂੰ ਬੰਨੀ ਜਾਣੇ, ਸਭ ਮਨਮਤਾਂ ਹਨ। ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਜੋ ਉਪਦੇਸ਼ ਦਿੱਤਾ ਹੈ ਇਸ ਪ੍ਰਕਾਰ ਮਹਾਰਾਜ ਕਹਿੰਦੇ ਨੇ ਆਨੰਦ ਕਾਰਜ ਕਰੇ। ਖੁੱਲਾ ਗੁਰੂ ਕਾ ਦਰਬਾਰ ਹੋਵੇ। ਲੜਕੇ ਲੜਕੀ ਵਾਸਤੇ ਕੋਈ ਵੱਖਰੀ ਵਿਛਾਈ ਨਹੀਂ ਹੋਣੀ ਚਾਹੀਦੀ ਕਿ ਸੰਗਤ ਦੇ ਨਾਲੋਂ ਵੱਖਰਾ ਉਹਨਾਂ ਨੂੰ ਉੱਚਾ ਬਿਠਾਇਆ ਹੋਵੇ ਜਾਂ ਵਿਸ਼ੇਸ਼ ਬਿਠਾਇਆ ਹੋਵੇ। ਜਿਵੇਂ ਸੰਗਤ ਬੈਠੀ ਹੈ ਇਵੇਂ ਹੀ ਗੁਰੂ ਦਰਬਾਰ ਵਿੱਚ ਉਹ ਬੈਠੇ ਹੋਣ ਤਾਂ ਗੁਰੂ ਕੀ ਹਜ਼ੂਰੀ ਦੇ ਅੰਦਰ ਇਹ ਕਾਰਜ ਹੋਵੇ। ਆਨੰਦ ਕਾਰਜ ਦੀ ਰਸਮ ਜਿਹੜੀ ਆ ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰ ਬਾਣੀ ਪੜ੍ਹ ਕਰਕੇ ਹੀ ਸੰਪੂਰਨ ਹੋਵੇ। 150 ਬਾਜ ਜੰਗ ਗੁਰਬਖਸ਼ੀ ਅਸੰਗ। ਫਿਰ ਜਿਹੜੀ 51ਵੀਂ ਅਰਦਾਸ ਹੈ 50 ਤੇ 1 51, ਇਹ ਅਰਦਾਸ ਜਿਹੜੀ ਕੀ ਕਰੇ ਮਹਾਰਾਜ ਕਹਿੰਦੇ ਜੇ ਘੋੜਾ ਖਰੀਦਣਾ ਹੋਵੇ ਨਾ ਤਾਂ ਪਹਿਲੋਂ ਅਰਦਾਸ ਕਰੇ, ਸੱਚੇ ਪਾਤਸ਼ਾਹ ਮਹਾਰਾਜ ਮੈਂ ਘੋੜਾ ਖਰੀਦਣ ਚੱਲਿਆ ਹਾਂ, ਜੰਗੀ ਘੋੜਾ ਬਖਸ਼ਿਓ। ਤੇ ਸੱਚੇ ਪਾਤਸ਼ਾਹ ਮਹਾਰਾਜ ਜੀ ਸਦਾ ਅੰਗ ਸੰਗ ਵਰਤਿਓ। ਤੇ ਸਾਧ ਸੰਗਤ ਜੀ ਜਿਵੇਂ ਮਹਾਰਾਜ ਨੇ ਉਸ ਸਮੇਂ ਘੋੜਾ ਲੈਣ ਵਾਸਤੇ ਕਿਹਾ, ਅੱਗੇ ਹਾਥੀ ਦਾ ਵੀ ਜ਼ਿਕਰ ਆਵੇਗਾ ਕਿਉਂਕਿ ਉਸ ਸਮੇਂ ਦੀਆਂ ਇਹ ਸਾਹੀ ਸਵਾਰੀਆਂ ਮੰਨੀਆਂ ਜਾਂਦੀਆਂ ਸਨ। ਅੱਜ ਆਪਾਂ ਮੋਟਰ ਕਾਰ ਲੈਣ ਜਾਂਦੇ ਆ ਤੇ ਜਦੋਂ ਨਵੀਂ ਲੈ ਆਉਨੇ ਉਦੋਂ ਅਰਦਾਸ ਕਰਾਉਨੇ ਆ ਕਿ ਆ ਲੈ ਆਂਦੀ ਹੈ ਮਹਾਰਾਜ, ਹੁਣ ਇਹਦੀ ਅਰਦਾਸ ਕਰਿਓ। ਉਦੋਂ ਅਰਦਾਸ ਕੀ ਕਰਨੀ ਹੈ? ਪਹਿਲੋਂ ਜਦੋਂ ਤੁਸੀਂ ਲੈਣ ਜਾਣਾ ਉਦੋਂ ਅਰਦਾਸ ਕਰੋ। ਇਹ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਹੁਕਮ ਹੈ। ਜਦੋਂ ਘਰ ਦੇ ਵਿੱਚ ਤੁਸੀਂ ਕੋਈ ਚੀਜ਼ ਲਿਆਉਣੀ ਆ ਖਰੀਦ ਕਰਕੇ ਤਾਂ ਮਹਾਰਾਜ ਕਹਿੰਦੇ ਬਸੰਬਰਦਾਸ ਉਦੋਂ ਗੁਰੂ ਚਰਨਾਂ ਵਿੱਚ ਅਰਦਾਸ ਕਰਕੇ ਤੁਰੇ, ਕਿਉਂਕਿ ਗੁਰੂ ਸਾਹਿਬ ਫਿਰ ਉਸ ਚੀਜ਼ ਦਾ ਸੰਜੋਗ ਕਰਾਉਂਦੇ ਆ ਜਿਹੜੀ ਇਸ ਪ੍ਰਕਾਰ ਸਰੀਰ ਨੂੰ ਸੁਖਦਾਈ ਹੁੰਦੀ ਹੈ, ਸਰੀਰ ਵਾਸਤੇ ਚੰਗੀ ਹੁੰਦੀ ਹੈ। ਇਸ ਪ੍ਰਕਾਰ ਮਨ ਕਰਕੇ ਜਿਹੜੀ ਚੰਗੀ ਲੱਗੇਗੀ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਇਸ ਪ੍ਰਕਾਰ ਗੁਰੂ ਸਾਹਿਬ ਜੀ ਨੂੰ ਧਿਆ ਕਰਕੇ ਅਰਦਾਸ ਕਰਕੇ ਹੀ ਇਸ ਪ੍ਰਕਾਰ ਘੋੜਾ ਖਰੀਦੇ, ਇਤਿਆਦਿਕ ਵਾਹਨ ਆਦਿਕ ਖਰੀਦਣਾ ਕਰੇ। 52 ਗੁਰ ਦੀਨਾ ਗਣੇਸ਼ ਸੁਫਲਾ ਕਾਮ ਮਨ ਆਦੇਸ਼। ਸਤ ਸੰਗਤ ਜੀ ਹਾਥੀ ਨੂੰ ਖਾਲਸਾਈ ਬੋਲੇ ਵਿੱਚ ਗਣੇਸ਼ ਕਹਿੰਦੇ, ਕਿਉਂਕਿ ਗਣੇਸ਼ ਦਾ ਜਿਹੜਾ ਮੁਖ ਹੈ ਨਾ ਹਾਥੀ ਵਾਲਾ ਹੁੰਦਾ ਹੈ ਤਾਂ ਗਣੇਸ਼ ਦੇਵਤਾ, ਪਰ ਸਿੰਘ ਜਿਹੜੇ ਆ ਨਾ ਗੁਰੂ ਕੇ ਖਾਲਸੇ ਉਹ ਹਾਥੀ ਨੂੰ ਗਣੇਸ਼ ਦੇਵਤਾ ਕਹਿ ਦਿੰਦੇ ਆ। ਇਸ ਪ੍ਰਕਾਰ ਸਤਿਗੁਰੂ ਜੀ ਕਹਿੰਦੇ ਇਉਂ ਅਰਦਾਸ ਕਰੇ ਮਹਾਰਾਜ ਨੇ ਜੇ ਹਾਥੀ ਦੀ ਅਸਵਾਰੀ ਦਿੱਤੀ ਹੋਵੇ ਨਾ ਤਾਂ ਉਸ ਅਸਵਾਰੀ ਤੇ ਚੜ੍ਹ ਕੇ ਕਦੇ ਫੁੱਲ ਨਾ ਜਾਵਾਂ ਮਹਾਰਾਜ, ਮੈਨੂੰ ਤੁਸੀਂ ਕਿਤੇ ਭੁੱਲ ਹੀ ਨਾ ਜਾਓ। ਸੱਚੇ ਪਾਤਸ਼ਾਹ ਮਹਾਰਾਜ ਜੀ ਮੈਨੂੰ ਤੁਸੀਂ ਯਾਦ ਰਹੋ, ਮੇਰੇ ਮਨ ਚਿੱਤ ਵਿੱਚ ਇਹੀ ਖਿਆਲ ਰਹੇ ਕਿ ਤੁਸੀਂ ਮੈਨੂੰ ਦਿੱਤਾ ਹੈ ਚੜ੍ਹਨ ਵਾਸਤੇ, ਮੇਰੀ ਵਡਿਆਈ ਮਹਾਰਾਜ ਤੁਸੀਂ ਕਰਵਾ ਰਹੇ ਹੋ। ਇਉਂ ਮਹਾਰਾਜ ਹਾਥੀ ਵੀ ਕਿ ਜਿਹੜਾ ਫਿਰ ਮੇਰੇ ਕਹਿਣੇ ਵਿੱਚ ਚੱਲੇ। ਸੱਚੇ ਪਾਤਸ਼ਾਹ ਮਹਾਰਾਜ ਨੇ ਚੰਗੀ ਅਸਵਾਰੀ ਚੜ੍ਹਨ ਵਾਸਤੇ ਦਿੱਤੀ ਹੋਵੇ ਤਾਂ ਉਹਦਾ ਕਦੇ ਹੰਕਾਰ ਨਹੀਂ ਕਰਨਾ ਚਾਹੀਦਾ ਸੰਸਾਰ ਨੂੰ ਦਿਖਾ ਦਿਖਾ ਕੇ ਕਿ ਮੇਰੇ ਕੋਲ ਐਡੀ ਵੱਡੀ ਗੱਡੀ ਹੈ, ਇੰਨੀ ਮਹਿੰਗੀ ਗੱਡੀ ਹੈ। ਉਹ ਗੁਰੂ ਦਾ ਸ਼ੁਕਰਾਨਾ ਕਰੇ ਤੇ ਗੁਰੂ ਸਾਹਿਬ ਨੂੰ ਉਸ ਦੇ ਉੱਤੇ ਚੜ੍ਹ ਕੇ ਸਗੋਂ ਯਾਦ ਕਰੇ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਜਿਹੜਾ ਇਸ ਪ੍ਰਕਾਰ ਇੱਕ ਨੌਜਵਾਨ ਵਾਲੀ ਅਵਸਥਾ ਹੋਵੇ ਤੇ ਫਿਰ ਬਹੁਤ ਸੋਹਣੀ ਸਵਾਰੀ ਹੋਵੇ ਤੇ ਮਾਇਆ ਦਾ ਪ੍ਰਭਾਵ ਕੋਲ ਹੋਵੇ ਤਾਂ ਫਿਰ ਵਾਹਿਗੁਰੂ ਯਾਦ ਨਹੀਂ ਰਹਿੰਦਾ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਉਦੋਂ ਤਾਂ ਬਚੈ ਬਚਾਵੇ ਰਾਮ, ਰੱਬ ਹੀ ਬਚਾ ਲਵੇ ਉਹਨੂੰ ਤੇ ਬਚ ਸਕਦਾ, ਨਹੀਂ ਤੇ ਉਹ ਬਚਣ ਵਾਲੇ ਉਹਦੇ ਕੋਲ ਕੋਈ ਲੱਛਣ ਨਹੀਂ ਹਨ।
ਸੱਚੇ ਪਾਤਸ਼ਾਹ ਮਹਾਰਾਜ ਨੇ ਜੋ ਵਿਭੂਤੀ ਦਿੱਤੀ ਹੈ ਸੰਸਾਰ ਦੇ ਅੰਦਰ, ਉਸ ਵਿਭੂਤੀ ਵਾਸਤੇ ਗੁਰੂ ਸਾਹਿਬ ਦਾ ਸ਼ੁਕਰਾਨਾ ਕਰੇ ਤੇ ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ ਯਾਦ ਕਰੇ। ਮਹਾਰਾਜ ਕਿਆ ਸੋਹਣੀ ਆਪਨੇ ਅਸਵਾਰੀ ਦਿੱਤੀ ਹੈ ਸੰਸਾਰ ਵਿੱਚ, ਮੇਰੀ ਇੰਨੀ ਇੱਜ਼ਤ ਹੈ, ਇੰਨਾ ਮੇਰਾ ਮਾਣ ਹੈ। ਇਵੇਂ ਮਹਾਰਾਜ ਕਹਿੰਦੇ ਨੇ ਉਹਨਾਂ ਅਸਵਾਰੀਆਂ ਦੇ ਉੱਤੇ ਚੜ੍ਹ ਕਰਕੇ ਗੁਰੂ ਸਾਹਿਬ ਜੀ ਦਾ ਇਸ ਪ੍ਰਕਾਰ ਧੰਨਵਾਦ ਕਰੇ, ਗੁਰੂ ਕਾ ਸ਼ੁਕਰਾਨਾ ਕਰੇ, ਅਰਦਾਸ ਕਰੇ ਕਿ ਮਹਾਰਾਜ ਇਸ ਅਸਵਾਰੀ ਦਾ ਮੇਰੇ ਅੰਦਰ ਹੰਕਾਰ ਨਾ ਆਵੇ। ਅਰਦਾਸ ਕਰੇ ਸੱਚੇ ਪਾਤਸ਼ਾਹ ਮੈਨੂੰ ਤੁਸੀਂ ਸਦਾ ਹੀ ਯਾਦ ਰਹੋ। ਪੰਜਾ ਚਿਤ ਥਮਣ ਮੈਂ ਦਰਿਆਓ, ਥੰਬ ਪ੍ਰਵਾਹ ਮਨ ਆਸਾਹੋ। ਫਿਰ 53ਵੀਂ ਅਰਦਾਸ ਕੀ ਕਰੇ? ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ 53ਵੀਂ ਅਰਦਾਸ ਇਹ ਕਰੇ ਕਿ ਜਿਹੜਾ ਮਨ ਹੈ ਨਾ ਉਹ ਦਰਿਆ ਦੇ ਪ੍ਰਵਾਹ ਦੀ ਤਰ੍ਹਾਂ ਛੂਕਦਾ ਹੋਇਆ ਵਗ ਰਿਹਾ ਹੈ ਤੇ ਇਹ ਅਸਾਹੋ ਨਹੀਂ, ਇਸ ਦਾ ਵਿਸਾਹ ਕੀਤਾ ਜਾਂਦਾ, ਇਸ ਦਾ ਭਰੋਸਾ ਨਹੀਂ ਕੀਤਾ ਜਾਂਦਾ। ਮਨ ਖੁਟਹਰ ਤੇਰਾ ਨਹੀਂ ਵਿਸ਼ਵਾਸ, ਤੂੰ ਮਹਾ ਉਦਮਾਦਾ, ਖਰ ਕਾ ਪੈਖਰ ਤਉ ਛੁਟੈ ਜੋ ਉਪਰ ਲਾਦਾ। ਇਉਂ ਮਹਾਰਾਜ ਕਹਿੰਦੇ 53ਵੀਂ ਅਰਦਾਸ ਇਹ ਕਰੇ ਮਹਾਰਾਜ ਦਰਿਆ ਦੇ ਵਹਿਣ ਕੌਣ ਰੋਕ ਸਕਦਾ ਹੈ? ਤੁਸੀਂ ਰੋਕ ਸਕਦੇ ਹੋ ਸੱਚੇ ਪਾਤਸ਼ਾਹ। ਮੇਰੇ ਮਨ ਦੇ ਅੰਦਰ ਜਿਹੜਾ ਫੁਰਨਿਆਂ ਦਾ ਦਰਿਆ ਵਗ ਰਿਹਾ ਸੱਚੇ ਪਾਤਸ਼ਾਹ ਕਿਰਪਾ ਕਰਕੇ ਇਸ ਨੂੰ ਥੰਮ ਦਿਓ ਮਹਾਰਾਜ, ਇਸ ਨੂੰ ਰੋਕ ਦਿਓ ਸੱਚੇ ਪਾਤਸ਼ਾਹ। ਇਹ ਤਾਂ ਦਿਨੇ ਰਾਤ ਹੀ ਵਗੀ ਜਾ ਰਿਹਾ, ਰਾਤ ਦਿਨ ਹੀ ਇਹਦੀ ਤੁਗਿਆਨੀ ਤੇਜ਼ ਹੁੰਦੀ ਜਾ ਰਹੀ ਹੈ। ਜਿਵੇਂ ਜਿਵੇਂ ਮੇਰੀ ਉਮਰ ਵੱਧ ਰਹੀ ਹੈ ਤਿਵੇਂ ਤਿਵੇਂ ਸੱਚੇ ਪਾਤਸ਼ਾਹ ਮਹਾਰਾਜ ਇਹਦੀ ਗਤਾ ਗਤੀ ਤੇਜ਼ ਹੁੰਦੀ ਜਾ ਰਹੀ ਹੈ। ਹੋਰ ਦੇ ਹੋਰ ਹੀ ਫੁਰਨੇ ਉਠਾਈ ਜਾਂਦਾ ਹੈ, ਅੱਗੇ ਤੋਂ ਅੱਗੇ ਮਹਾਰਾਜ ਇਹਦਾ ਜਿਹੜਾ ਰਫ਼ਤਾਰ ਇਹਦੀ ਵੱਧ ਰਹੀ ਹੈ, ਇਹਦੇ ਵਿੱਚ ਜਲ ਵੀ ਵੱਧਦਾ ਜਾ ਰਿਹਾ ਹੈ। ਕਿਰਪਾ ਕਰਕੇ ਮਹਾਰਾਜ ਇਸ ਨੂੰ ਥੰਮ ਦਿਓ ਸੱਚੇ ਪਾਤਸ਼ਾਹ, ਇਸ ਨੂੰ ਰੋਕ ਦੇਣਾ ਕਰੋ। ਇਹ ਅਰਦਾਸ ਕਰਨਾ ਕਰੇ। ਰੰਜਾ ਅਸਨੀ ਕੁਮਾਰ ਹਿਰਦਾ ਸੁਖ ਸਾਰ। ਫਿਰ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ 54ਵੀਂ ਅਰਦਾਸ ਇਹ ਕਰੇ, ਜਿਹੜਾ ਅਸਵ ਹੈ ਉਸ ਨੂੰ ਘੋੜਾ ਕਿਹਾ ਜਾਂਦਾ ਹੈ, ਅਸਵਨੀ ਨੂੰ ਘੋੜੀ ਕਿਹਾ ਜਾਂਦਾ ਹੈ। ਘੋੜੀ ਦਾ ਕੁਮਾਰ ਭਾਵ ਵਛੇਰਾ। ਸੱਚੇ ਪਾਤਸ਼ਾਹ ਮਹਾਰਾਜ ਜੀ ਜੇ ਵਛੇਰਾ ਘਰ ਵਿੱਚ ਪ੍ਰਾਪਤ ਹੋਇਆ ਹੈ ਤੇ ਸੱਚੇ ਪਾਤਸ਼ਾਹ ਮਹਾਰਾਜ ਜੀ ਇਹ ਚੰਗਾ ਸੋਹਣਾ ਤੇ ਸ਼ੁਭ ਲਕਸ਼ਣਾਂ ਵਾਲਾ ਹੋਵੇ। 55 ਵਿਆਹ ਕੀ ਕਿਰਤ ਮੈਂ ਆਰੰਭ ਤਾਵ ਕਿਰਪਾਲ ਸਿੱਖ ਕੋ ਨਿਹਾਲ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਜਦੋਂ ਵਿਆਹ ਦਾ ਕਾਰਜ ਆਨੰਦ ਕਾਰਜ ਆਰੰਭ ਕਰਨਾ ਹੋਵੇ ਤਾਂ ਆਰੰਭ ਵੇਲੇ ਵੀ ਅਰਦਾਸ ਕਰੇ ਸੱਚੇ ਪਾਤਸ਼ਾਹ ਤੁਹਾਡਾ ਦਿੱਤਾ ਹੋਇਆ ਕਾਰਜ ਮੈਂ ਆਰੰਭਿਆ ਹੈ, ਕਿਰਪਾ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਆਪਣੇ ਸਿੱਖ ਦੀ ਇੱਜ਼ਤ ਦੀ ਤੁਸੀਂ ਸੰਭਾਲ ਕਰਿਓ। ਮਹਾਰਾਜ ਮੇਰੀ ਰੱਖਿਆ ਤੁਸਾਂ ਕਰਨੀ ਹੈ, ਕੋਈ ਉੱਚੀ ਨੀਵੀਂ ਗੱਲ ਹੋਵੇ ਤਾਂ ਸਤਿਗੁਰੂ ਪਾਤਸ਼ਾਹ ਮਹਾਰਾਜ ਲਾਜ ਤੁਸਾਂ ਰੱਖਣੀ ਹੈ। ਆਰੰਭ ਵੇਲੇ ਅਰਦਾਸ ਕਰੇ ਜਿਵੇਂ ਮਹਾਰਾਜ ਜੀ ਦਾ ਪਵਿੱਤਰ ਸ਼ਬਦ ਪੜਿਆ ਜਾਂਦਾ, ਕੀਤਾ ਲੋੜੀਏ ਕੰਮ ਸੋ ਹਰ ਪੈ ਆਖੀਐ, ਕਾਰਜ ਦੇ ਸਵਾਰ ਸਤਿਗੁਰ ਸੱਚ ਸਾਖੀ ਹੈ। ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਅਰਦਾਸ ਕਰੇ ਮਹਾਰਾਜ ਸੱਚੇ ਪਾਤਸ਼ਾਹ ਕੋਈ ਐਸਾ ਰਿਸ਼ਤੇਦਾਰ ਜਿਹੜਾ ਕੋਈ ਅਵੀ ਨਵੀ ਕਰੇ ਜਾਂ ਉੱਚੀ ਨੀਵੀਂ ਕੋਈ ਗੱਲ ਕਰੇ ਰੰਗ ਵਿੱਚ ਭੰਗ ਨਾ ਹੀ ਪੈ ਜਾਵੇ। ਮਹਾਰਾਜ ਚੰਗਾ ਭਲਾ ਖੁਸ਼ੀਆਂ ਭਰਿਆ ਸਮਾਗਮ ਕਿਤੇ ਵਿਘਨ ਦੇ ਵਿੱਚ ਨਾ ਬਦਲ ਜਾਵੇ। ਮਹਾਰਾਜ ਕਹਿੰਦੇ ਆਰੰਭ ਕਰਨ ਤੋਂ ਪਹਿਲਾਂ ਹੀ ਸਤਿਗੁਰੂ ਨੂੰ ਧਿਆਵੇ, ਅਰਦਾਸ ਕਰ ਲਵੇ ਮਹਾਰਾਜ ਸੱਚੇ ਪਾਤਸ਼ਾਹ ਇਸ ਕਾਰਜ ਵਿੱਚ ਆਪ ਜੀ ਫਤਿਹ ਯਾਬੀ ਬਖਸ਼ਿਓ ਜੀ। ਬੰਧਨ ਮੈਂ ਅੰਦਾ ਹੁਆ ਵਿਰੋਧ ਸਿੱਖ ਕੋ ਸੋਧ। ਫਿਰ ਸਾਧ ਸੰਗਤ ਜੀ 56ਵੀਂ ਅਰਦਾਸ ਕੀ ਕਰੇ ਮਹਾਰਾਜ ਕਹਿੰਦੇ ਹੋਵੇ ਸਿੱਖ ਜੇ ਈਰਖਾ ਵਿੱਚ ਅੰਨਾ ਹੋਇਆ ਹੀ ਸਿੱਖ ਦੇ ਨਾਲ ਵਿਰੋਧ ਕਰੀ ਜਾਵੇ, ਈਰਖਾ ਵਿੱਚ ਅੰਨਾ ਹੋਇਆ ਹੀ ਕਹਿਰ ਢਾਈ ਜਾਵੇ, ਉਦੋਂ ਫਿਰ ਗੁਰੂ ਚਰਨਾਂ ਵਿੱਚ ਅਰਦਾਸ ਕਰੇ ਮਹਾਰਾਜ ਇਹ ਈਰਖਾ ਵਿੱਚ ਅੰਨਾ ਹੋ ਗਿਆ, ਕ੍ਰੋਧ ਵਿੱਚ ਅੰਨਾ ਹੋਇਆ ਮਹਾਰਾਜ ਮੇਰੇ ਨਾਲ ਵੈਰ ਕਮਾਈ ਜਾਂਦਾ ਹੈ, ਸੱਚੇ ਪਾਤਸ਼ਾਹ ਇਸ ਨੂੰ ਸੋਧ ਦਿਓ। ਫਿਰ ਮਹਾਰਾਜ ਕਹਿੰਦੇ ਸ਼ਹੀਦੀ ਫੌਜਾਂ ਉਸ ਨੂੰ ਸੋਧ ਦਿੰਦੀਆਂ, ਗੁਰੂ ਮਹਾਰਾਜ ਉਸ ਨੂੰ ਸੋਧ ਦਿੰਦੇ ਐ। ਇਉਂ ਅਰਦਾਸ ਕਰੇ ਨਹੀਂ ਕਿ ਆਪ ਹੀ ਈਰਖਾ ਕਰਕੇ ਵੈਰ ਕਰੀ ਜਾਵੇ, ਆਪ ਹੀ ਅੰਨਾ ਹੋ ਕਰਕੇ ਕ੍ਰੋਧ ਕਰੀ ਜਾਵੇ, ਨਹੀਂ ਆਪ ਨਾ ਕ੍ਰੋਧ ਕਰੇ। ਜੇ ਕੋਈ ਕਿਸੇ ਦੇ ਕ੍ਰੋਧ ਦੇ ਤੁਸੀਂ ਸ਼ਿਕਾਰ ਹੁੰਨੇ ਹੋ, ਕਿਸੇ ਦੀ ਈਰਖਾ ਦੇ ਤੁਸੀਂ ਸ਼ਿਕਾਰ ਹੁੰਨੇ ਹੋ ਤਾਂ ਮਹਾਰਾਜ ਕਹਿੰਦੇ ਉਸ ਸਮੇਂ ਬਸੰਬਰਦਾਸ ਗੁਰੂ ਨੂੰ ਯਾਦ ਕਰ ਲਵੇ। ਸੱਚੇ ਪਾਤਸ਼ਾਹ ਫਿਰ ਐਸੀ ਕਿਰਪਾ ਕਰਦੇ ਆ ਅਕਾਰਨ ਹੀ ਜੇ ਤੇਰੇ ਨਾਲ ਕੋਈ ਈਰਖਾ ਕਰੇ ਕੋਈ ਕ੍ਰੋਧ ਕਰੇ ਤਾਂ ਫਿਰ ਗੁਰੂ ਸਾਹਿਬ ਉਸ ਨੂੰ ਸੋਧਾ ਲਾ ਦਿੰਦੇ ਹਨ। 57 ਮੋਹਣੀ ਮੈਂ ਦੇਖਤ ਖੁਸ਼ਹਾਲ ਸਿੱਖ ਕਾਰਜ ਸੰਭਾਲ। ਫਿਰ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਚਰਨਾਂ ਵਿੱਚ ਇਹ ਅਰਦਾਸ ਕਰੇ ਗਰੀਬ ਨਵਾਜ ਸਤਿਗੁਰੂ ਸੰਸਾਰ ਦੇ ਪਦਾਰਥਾਂ ਨੂੰ ਵੇਖ ਕਰਕੇ ਮੇਰਾ ਮਨ ਜਿਹੜਾ ਹੈ ਮੋਇਆ ਨਾ ਜਾਵੇ,
ਮਹਾਰਾਜ ਮੈਨੂੰ ਤੁਹਾਡਾ ਚੇਤਾ ਨਾ ਭੁੱਲੇ ਸੰਸਾਰ ਦੇ ਪਦਾਰਥ ਦੇ ਸੁੱਖਾਂ ਦੇ ਅੰਦਰ। ਦੁਬਾਰਾ ਪੰਕਤੀ ਪੜਿਓ। ਮੋਹਨੀ ਮੈਂ ਦੇਖਤ ਖੁਸ਼ਹਾਲ ਸਿੱਖ ਕਾਰਜ ਸੰਭਾਲ। ਫਿਰ ਸੱਚੇ ਪਾਤਸ਼ਾਹ ਮਹਾਰਾਜ ਜੀ ਇਹ ਮੇਰੇ ਕਾਰਜਾਂ ਨੂੰ ਆਪਣਾ ਕਾਰਜ ਸੰਭਾਲ ਕਰਕੇ ਕਰਿਓ, ਇਹ ਅਰਦਾਸ ਕਰਨੀ ਤੇ ਉਸ ਕਾਰਜ ਨੂੰ ਫਿਰ ਇਹ ਜਾਣਨਾ ਕਿ ਗੁਰੂ ਸਾਹਿਬ ਜੀ ਆਪ ਕਰਨਗੇ। ਤੇ ਸਿੱਖ ਨੂੰ ਸਦਾ ਹੀ ਖੁਸ਼ਹਾਲ ਰਹਿਣਾ ਚਾਹੀਦਾ, ਖੁਸ਼ੀ ਚਿੱਤ ਰਹਿਣਾ ਚਾਹੀਦਾ, ਪ੍ਰਸੰਨ ਚਿੱਤ ਰਹਿਣਾ ਚਾਹੀਦਾ। ਅਰਦਾਸ ਕਰਕੇ ਫਿਰ ਚਿੰਤਾ ਨਹੀਂ ਕਰਨੀ ਚਾਹੀਦੀ। ਉਹ ਚਿੰਤਾ ਫਿਰ ਮਹਾਰਾਜ ਕਹਿੰਦੇ ਬਸੰਬਰ ਦਾਸ ਗੁਰੂ ਨੂੰ ਹੁੰਦੀ ਹੈ, ਉਹਦਾ ਫਿਕਰ ਫਿਰ ਸਤਿਗੁਰੂ ਨੂੰ ਹੁੰਦਾ ਹੈ। ਅਰਦਾਸ ਕਰਕੇ ਕਦੇ ਚਿੱਤ ਵੀ ਫਿਰ ਉਸ ਗੱਲ ਦੀ ਚਿੰਤਾ ਨਾ ਕਰਨਾ ਕਰੇ। 58 ਕੀਰਤਨ ਕੀ ਗੁਰੂ ਕਾ ਉਤਾ ਉਚਾਰ ਨਾਮ ਫਲ ਸੁਣ ਹੋ ਉਧਾਰ। ਫਿਰ 58ਵੀਂ ਅਰਦਾਸ ਮਹਾਰਾਜ ਕਹਿੰਦੇ ਆ ਕੀਰਤਨ ਦੀ ਦਾਤ ਵਾਸਤੇ ਗੁਰੂ ਚਰਨਾਂ ਵਿੱਚ ਕਰੇ। ਸੱਚੇ ਪਾਤਸ਼ਾਹ ਮਹਾਰਾਜ ਜੀ ਮੈਂ ਕਿਸੇ ਲਾਲਚ ਵਿੱਚ ਆ ਕਰਕੇ ਨਾ ਕੀਰਤਨ ਕਰਦਾ ਹੋਵਾਂ। ਅਰਦਾਸ ਕਰਨੀ ਸੱਚੇ ਪਾਤਸ਼ਾਹ ਮਹਾਰਾਜ ਜੀ ਮੈਂ ਆਪ ਗੁਰਬਾਣੀ ਦੇ ਭਾਵ ਨੂੰ ਆਪਣੇ ਹਿਰਦੇ ਵਿੱਚ ਵਸਾ ਕਰਕੇ ਕਲਿਆਣ ਦੀ ਪ੍ਰਾਪਤੀ ਹਿਤ ਕੀਰਤਨ ਕਰਾਂ। ਤੇ ਮਹਾਰਾਜ ਸੱਚੇ ਪਾਤਸ਼ਾਹ ਸੁਣਨ ਵਾਲੇ ਨੂੰ ਵੀ ਆਪ ਜੀ ਫਿਰ ਕਲਿਆਣ ਬਖਸ਼ਿਓ। ਇਹ ਅਰਦਾਸ ਕਰੇ ਸੱਚੇ ਪਾਤਸ਼ਾਹ ਮਹਾਰਾਜ ਮੈਨੂੰ ਕੀਰਤਨ ਦੀ ਦਾਤ ਦਿਓ, ਕਿਉਂਕਿ ਸਾਧ ਸੰਗਤ ਜੀ ਮਹਾਰਾਜ ਨੇ ਬਾਣੀ ਵਿੱਚ ਕਿਹਾ ਕਿ ਕੀਰਤਨ ਨਿਰਮੋਲਕ ਹੀਰਾ, ਇਹ ਅਮੋਲਕ ਹੀਰਾ ਹੈ ਕਲਯੁਗ ਦੇ ਅੰਦਰ। ਮਨ ਨੂੰ ਟਿਕਾਉਣ ਦਾ ਸਭ ਤੋਂ ਉੱਤਮ ਸਾਧਨ ਹੈ। ਮਹਾਰਾਜ ਕਹਿੰਦੇ ਗੁਰੂ ਚਰਨਾਂ ਵਿੱਚ ਅਰਦਾਸ ਕਰਕੇ ਅਮੋਲਕ ਕੀਰਤਨ ਦੀ ਦਾਤ ਮੰਗੇ ਤਾਂ ਮਹਾਰਾਜ ਦੇ ਚਰਨਾਂ ਵਿੱਚ ਇਹ ਵੀ ਅਰਦਾਸ ਕਰੇ ਸੱਚੇ ਪਾਤਸ਼ਾਹ ਇਹ ਭਾਵਨਾ ਮੇਰੇ ਹਿਰਦੇ ਵਿੱਚ ਵਸਾਇਓ ਕਿ ਕੀਰਤਨ ਕਰਦਿਆਂ ਹੋਇਆਂ ਮੈਂ ਆਪ ਮੋਕਸ਼ ਦੀ ਇੱਛਾ ਦਾ ਧਾਰਨੀ ਰਹਾ। 59 ਬਿਗਨ ਹਟਾਵਣ ਮੈਂ ਸ਼ਹੀਦ ਸਿੰਘ ਮੰਡ ਵਿਰੋਧੀ ਰੁਕੇ ਵਿਹੰਡ। ਫਿਰ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਜੇ ਵਿਰੋਧੀ ਬਹੁਤ ਜ਼ਿਆਦੇ ਹੋ ਜਾਣ, ਚਾਰ ਚਫੇਰਿਓਂ ਵਿਰੋਧ ਹੀ ਵਿਰੋਧ ਹੋਵੇ ਤਾਂ ਮਹਾਰਾਜ ਕਹਿੰਦੇ ਗੁਰੂ ਚਰਨਾਂ ਵਿੱਚ ਅਰਦਾਸ ਕਰੇ ਤੇ ਉਹ ਫਿਰ ਸ਼ਹੀਦ ਸਿੰਘ ਉਸ ਕਾਰਜ ਨੂੰ ਰਾਸ ਕਰਦੇ ਆ, ਵਿਰੋਧੀਆਂ ਨੂੰ ਨਾਸ ਕਰਦੇ ਆ। ਗਰੀਬ ਨਵਾਜ਼ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਇੱਕ ਰਸ ਜਿਹੜੀ ਅਰਦਾਸ ਦੀ ਸ਼ਕਤੀ ਹੈ ਫਿਰ ਉਹ ਦਿਨਾਂ ਦੇ ਵਿੱਚ ਹੀ ਕੁਝ ਪਲਾਂ ਦੇ ਵਿੱਚ ਹੀ ਰਮਦੀ ਹੋਈ ਦਿਖਾਈ ਦਿੰਦੀ ਹੈ। ਵਿਰੋਧੀ ਟਲ ਜਾਂਦੇ ਹਨ, ਪ੍ਰਤਾਪ ਉੱਚਾ ਹੋ ਜਾਂਦਾ ਹੈ। 60ਵੀਂ ਸਾਧ ਮਿਲਣ ਮੈਂ ਮਨ ਹੋਵੇ ਅਧੀਨ ਸਾਧ ਮਿਲੇ ਫਲ ਪੀਨ। ਫਿਰ ਇਸ ਪ੍ਰਕਾਰ ਅਰਦਾਸ ਅੱਗੇ ਕਰੇ ਕਿ ਜੇ ਮਹਾਰਾਜ ਮੈਨੂੰ ਸਤ ਸੰਗਤ ਪ੍ਰਾਪਤ ਹੋਵੇ ਨਾ ਤਾਂ ਮਹਾਰਾਜ ਮੇਰਾ ਮਨ ਨਿਮਰਤਾ ਵਿੱਚ ਰਹੇ। ਸਤ ਸੰਗਤ ਵਿੱਚ ਜਾ ਕੇ ਕਦੇ ਚਿੱਤ ਵੀ ਮਹਾਰਾਜ ਮੈਨੂੰ ਕ੍ਰੋਧ ਨਾ ਆਵੇ। ਸਤ ਸੰਗਤ ਵਿੱਚ ਜਾ ਕੇ ਮੈਂ ਇਹ ਨਾ ਸੋਚਾਂ ਕਿ ਮੈਂ ਫਲਾਣੇ ਤੋਂ ਵੱਡਾ, ਅਸੀਂ ਇੰਨੀ ਇੱਜ਼ਤ ਵਾਲੇ ਹੁੰਨੇ ਆ, ਇਹੋ ਜੀਆਂ ਗੱਲਾਂ ਮੇਰੇ ਮਨ ਵਿੱਚ ਸੰਗਤ ਵਿੱਚ ਜਾ ਕੇ ਨਾ ਆਉਣ। ਫਿਰ ਮਹਾਰਾਜ ਦੇ ਚਰਨਾਂ ਵਿੱਚ ਅਰਦਾਸ ਕਰਨੀ ਸੱਚੇ ਪਾਤਸ਼ਾਹ ਮਹਾਰਾਜ ਕੋਈ ਸਾਧੂ ਮਹਾਤਮਾ ਦਾ ਮਿਲਾਪ ਕਰਾਓ। ਗਰੀਬ ਨਵਾਜ਼ ਸਤਿਗੁਰੂ ਐਸੇ ਕੋਈ ਮਹਾਪੁਰਖ ਦਾ ਮਿਲਾਪ ਬਖਸ਼ੋ ਕਿ ਜਿਹੜਾ ਜੀਵਨ ਮੁਕਤ ਹੋਵੇ ਤਾਂ ਫਿਰ ਉਹਦੇ ਕੋਲ ਖਲੋ ਕੇ ਸ਼ੰਕਾ ਨਾ ਕਰਨਾ। ਮਹਾਰਾਜ ਕਹਿੰਦੇ ਮਨ ਵਿੱਚ ਨਿਮਰਤਾ ਰੱਖਣੀ ਤੇ ਉਹਨਾਂ ਦੀ ਸੰਗਤ ਕਰਕੇ ਕਲਿਆਣ ਦੀ ਪ੍ਰਾਪਤੀ ਦੇ ਇੱਛਕ ਰਹਿਣਾ। ਇਸ ਪ੍ਰਕਾਰ ਦੀ ਇਹ 60ਵੀਂ ਅਰਦਾਸ ਜਿਹੜੀ ਹੈ ਕਰਨਾ ਕਰੇ। ਦੋਹਰਾ 60 ਅਰਦਾਸਾ ਮੰਗਲੀ ਦੀਨ ਬਸ਼ੰਬਰ ਸਿੱਖ। ਮਹਾਰਾਜ ਨੇ ਇਹ ਖੁਸ਼ੀਆਂ ਦੇਣ ਵਾਲੀਆਂ 60 ਅਰਦਾਸਾਂ ਜਿਹੜੀਆਂ ਸੀ ਬਸੰਬਰ ਦਾਸ ਉਜੈਨੀ ਦੇ ਸਾਹਮਣੇ ਸਤਿਗੁਰੂ ਨੇ ਬਖਸ਼ਿਸ਼ ਕਰਨਾ ਕੀਤੀਆਂ। ਸਰਬੱਤ ਸੰਗਤਾਂ ਨੇ ਸੁਣੀਆਂ, ਸਾਰੇ ਸਿੰਘਾਂ ਨੇ ਸੁਣੀਆਂ। ਗਰੀਬ ਨਵਾਜ਼ ਸਤਿਗੁਰੂ ਨੇ ਖੁਸ਼ੀਆਂ ਦੇਣ ਵਾਸਤੇ ਬਸੰਬਰ ਦਾਸ ਨੂੰ ਉਜਾਨ ਦੇ ਰਹਿਣ ਵਾਲੇ ਨੂੰ ਇਹ 60 ਅਰਦਾਸਾਂ ਬਖਸ਼ਿਸ਼ ਕੀਤੀਆਂ ਹਨ। ਹੋਏ ਭਾਵ ਜੈਸੋ ਫਲਿਓ ਐਸਾ ਸਿੱਖ ਨਾ ਦੇਖੋ। ਮਹਾਰਾਜ ਕਹਿੰਦੇ ਬਸੰਬਰ ਦਾਸ ਜਿਹੋ ਜੀ ਤੇਰੇ ਅੰਦਰ ਸ਼ਰਧਾ ਬਖਸ਼ੀ ਆ ਗੁਰੂ ਨਾਨਕ ਸਾਹਿਬ ਨੇ ਇਹੋ ਜਿਹੇ ਸਿੱਖ ਘੱਟ ਹਨ। ਗਰੀਬ ਨਵਾਜ਼ ਸਤਿਗੁਰੂ ਕਹਿੰਦੇ ਜਿਹੋ ਜੀ ਭਾਵਨਾ ਤੈਨੂੰ ਸਤਿਗੁਰੂ ਨੇ ਬਖਸ਼ਿਸ਼ ਕੀਤੀ ਹੈ ਬਹੁਤ ਘੱਟ ਸਿੱਖ ਐਸੀ ਕਮਾਈ ਕਰਦੇ ਹਨ। 61ਵੀਂ ਮਨ ਸਾਲ ਹੋਏ ਮੇਰ ਤੁਮ ਰਾਖੋ ਜਾਗ ਝੇਰ। ਸੱਚੇ ਪਾਤਸ਼ਾਹ ਮਹਾਰਾਜ ਦੇ ਫਿਰ ਚਰਨਾਂ ਵਿੱਚ 61ਵੀਂ ਅਰਦਾਸ ਕਰੇ ਗਰੀਬ ਨਵਾਜ਼ ਸਤਿਗੁਰੂ ਸੰਸਾਰ ਦੇ ਜੰਜਾਲਾਂ ਤੋਂ ਮੇਰੇ ਮਨ ਨੂੰ ਬਚਾਓ, ਕਿਉਂਕਿ ਜਿਵੇਂ ਜਿਵੇਂ ਉਮਰ ਵੱਧਦੀ ਹੈ ਨਾ ਤਿਵੇਂ ਤਿਵੇਂ ਜੰਜਾਲ ਵੱਧਦੇ ਆ, ਘਟਦੇ ਨਹੀਂ ਹਨ। ਜੀਵ ਸੋਚਦਾ ਹੈ ਕਿ ਜਦੋਂ ਮੈਂ ਪੁੱਤਰ ਵਿਆਹ ਲਿਆ, ਧੀ ਵਿਆਹ ਲਈ, ਉਸ ਸਮੇਂ ਮੈਂ ਵਿਹਲਾ ਹੋ ਜਾਣਾ ਹੈ, ਫੇਰ ਨਹੀਂ ਮੈਨੂੰ ਕੋਈ ਚਿੰਤਾ। ਤਾਂ ਫਿਰ ਜਦੋਂ ਅੱਗੇ ਪੋਤੇ ਪੋਤਰੀਆਂ ਹੋ ਜਾਂਦੇ ਆ ਤੇ ਚਿੰਤਾ ਹੋਰ ਵੱਧ ਜਾਂਦੀ।
ਫਿਰ ਸੋਚਿਆ ਹੁੰਦਾ ਹੈ ਘਰ ਛੋਟਾ ਵੱਡਾ ਕਰ ਲਿਆ ਘਰ ਤੇ ਫਿਰ ਮੈਂ ਚਿੰਤਾ ਤੋਂ ਮੁਕਤ ਹੋ ਜਾਣਾ। ਸਗੋਂ ਘਰ ਵੱਡਾ ਹੋਇਆ ਨਾਲ ਹੀ ਚਿੰਤਾ ਵੀ ਵੱਡੀ ਹੋ ਗਈ। ਇਹ ਜਿਹੜੀਆਂ ਚਿੰਤਾ ਸੰਸਾਰ ਦੇ ਜੰਜਾਲ ਹੈ ਨਾ, ਇਹ ਮੁੱਕਦੇ ਨਹੀਂ। ਮਹਾਰਾਜ ਕਹਿੰਦੇ ਗੁਰੂ ਚਰਨਾਂ ਵਿੱਚ ਅਰਦਾਸ ਕਰੇ, ਸੱਚੇ ਪਾਤਸ਼ਾਹ ਸੰਸਾਰ ਦੇ ਜੰਜਾਲਾਂ ਤੋਂ ਮੇਰਾ ਮਨ ਘਟ ਜਾਵੇ ਤੇ ਤੁਹਾਡੇ ਚਰਨਾਂ ਵਿੱਚ ਜੁੜਦਾ ਜੁੜ ਜਾਵੇ। ਇਉਂ ਸਾਧ ਸੰਗਤ ਜੀ, ਜਦੋਂ ਇਹ ਪ੍ਰੌੜਿਆ ਅਵਸਥਾ ਆਉਂਦੀ ਹੈ ਨਾ, ਆਨੰਦ ਕਾਰਜ ਤੋਂ ਪਹਿਲਾਂ ਵੀ ਭਗਤੀ ਦੀ ਜਿਹੜੀ ਉਮਰ ਹੁੰਦੀ ਹੈ, ਉਸ ਸਮੇਂ ਭਗਤੀ ਕਰਨ ਦੀ ਆਜੂ ਹੁੰਦੀ ਹੈ ਤੇ ਜਦੋਂ ਆਨੰਦ ਕਾਰਜ ਹੋ ਜਾਂਦਾ ਹੈ ਉਦੋਂ ਗ੍ਰਸਤ ਦੇ ਵਿਹਾਰਾਂ ਨੂੰ ਕਰਦਿਆਂ ਹੋਇਆਂ ਭਗਤੀ ਕਰੀਦੀ ਹੈ। ਪਰ ਉਦੋਂ ਤੀਬਰਤਾ ਵਾਲੀ ਭਗਤੀ ਨਹੀਂ ਹੁੰਦੀ। ਜਿਹੜੀ ਗ੍ਰਸਤ ਤੋਂ ਪਹਿਲਾਂ ਕੀਤੀ ਜਾ ਸਕਦੀ ਹੈ ਉਹ ਤੀਬਰਤਾ ਵਾਲੀ ਭਗਤੀ ਫਿਰ ਬੰਦਗੀ ਨਹੀਂ ਹੁੰਦੀ। ਫਿਰ ਆਪਣੇ ਦਸਾਂ ਨੌਹਾਂ ਦੀ ਕਿਰਤ ਕਰਦਿਆਂ ਨਾਲ ਨਾਮ ਜਪੀਦਾ ਹੈ। ਇਹ ਵੀ ਸਾਧ ਸੰਗਤ ਜੀ ਭਗਤੀ ਹੈ, ਦਸਾਂ ਨੌਹਾਂ ਦੀ ਕਿਰਤ ਕਰਨੀ, ਸਾਫ਼ ਸੁਥਰੀ ਕਿਰਤ ਰੱਖਣੀ। ਪਰ ਫਿਰ ਜ਼ਿੰਦਗੀ ਦੀ ਚਾਲ ਚੱਲਦਿਆਂ ਐਸਾ ਸਮਾਂ ਆਉਂਦਾ ਹੈ ਕਿ ਜਦੋਂ ਧੀਆਂ ਤੇ ਪੁੱਤਰ ਵਿਆਹ ਦੇਈਦੇ ਆ, ਸੰਸਾਰ ਦੀਆਂ ਜ਼ਿੰਮੇਵਾਰੀਆਂ ਜਿਹੜੀਆਂ ਹਨ ਉਸ ਸਮੇਂ ਛੁੱਟ ਜਾਂਦੀਆਂ ਹਨ, ਜੇ ਛੱਡਣੀਆਂ ਹੋਣ ਤਾਂ। ਜੇ ਮਨ ਨੇ ਛੱਡਣੀਆਂ ਹੀ ਨਹੀਂ ਤਾਂ ਫਿਰ ਤਾਂ ਵੱਖਰੀ ਬਾਤ ਹੈ। ਜਦੋਂ ਧੀਆਂ ਪੁੱਤਰ ਵਿਆਹ ਦੇਈਦੇ ਆ ਉਸ ਸਮੇਂ ਵੀ ਫਿਰ ਬੰਦਗੀ ਦੀ ਉਮਰ ਆ ਜਾਂਦੀ ਹੈ ਕਿ ਹੁਣ ਜੀਵ ਤੂੰ ਬੰਦਗੀ ਕਰ ਲੈ। ਤੇਰੇ ਜਿਹੜੇ ਗ੍ਰਸਤ ਦੇ ਧੰਦੇ ਆ ਨਾ, ਧਰਮ ਮੂਜਬ ਉਹ ਖਤਮ ਹੋ ਚੁੱਕੇ ਆ। ਤੂੰ ਧਰਮ ਤੋਂ ਹੁਣ ਹੀਣਾ ਨਹੀਂ ਹੋਵੇਂਗਾ। ਜੇ ਅਜੇ ਪੁੱਤਰ ਵਿਆਹੇ ਨਹੀਂ, ਸੰਸਾਰ ਦੀਆਂ ਜ਼ਿੰਮੇਵਾਰੀਆਂ ਸਿਰ ਤੇ ਹੈ, ਕਹੇ ਕਿ ਮੈਂ ਭਗਤੀ ਕਰਨੀ ਆ, ਫਿਰ ਤਾਂ ਉਹਨੂੰ ਧਰਮ ਵੀ ਜਿਹੜਾ ਕਹੇਗਾ ਕਿ ਇਹ ਨਖਿੱਧ ਹੈ, ਇਹ ਸਹੀ ਨਹੀਂ, ਇਹਨੇ ਸੰਸਾਰ ਦੀ ਜ਼ਿੰਮੇਵਾਰੀ ਆਪਣੀ ਨਿਭਾਈ ਨਹੀਂ। ਆਪਣੀ ਜ਼ਿੰਮੇਵਾਰੀ ਨੂੰ ਗੁਰੂ ਸਾਹਿਬ ਦੇ ਆਸਰੇ ਨਿਭਾ ਕਰਕੇ ਜਦੋਂ ਧੀਆਂ ਪੁੱਤਰਾਂ ਦੇ ਸੰਜੋਗ ਹੋ ਜਾਣ ਉਦੋਂ ਫਿਰ ਉਹਨਾਂ ਦਾ ਜੰਜਾਲ ਛੱਡ ਦੇਵੇ। ਫਿਰ ਜਿੰਨੀ ਉਮਰ ਰਹਿੰਦੀ ਉਮਰ ਬੰਦਗੀ ਵਿੱਚ ਬਤੀਤ ਕਰੇ, ਆਪਣੇ ਆਪ ਦੇ ਭਲੇ ਵਾਸਤੇ, ਆਪਣੇ ਵਾਸਤੇ ਫਿਰ ਉਹ ਸਮਾਂ ਲੰਘਾਵੇ। ਹੁਣ ਤਾਂ ਤੂੰ ਕਿਸੇ ਵਾਸਤੇ ਹੀ ਆਪਣਾ ਸਮਾਂ ਜੀਉ ਜਾਣਾ, ਆਪਣੀ ਜ਼ਿੰਦਗੀ ਆਪਣੇ ਵਾਸਤੇ ਜੀਵੀਂ, ਵਾਹਿਗੁਰੂ ਦਾ ਨਾਮ ਜਪੀ। ਮਹਾਰਾਜ ਕਹਿੰਦੇ ਇਹ 61ਵੀਂ ਅਰਦਾਸ ਹੈ ਕਿ ਮਹਾਰਾਜ ਜੰਜਾਲਾਂ ਤੋਂ ਛੁਡਾ ਦਿਓ, ਮੇਰਾ ਮਨ ਜੰਜਾਲ ਤੋਂ ਛੁੱਟ ਕੇ ਤੁਹਾਡੇ ਨਾਮ ਵਿੱਚ ਜੁੜ ਜਾਵੇ, ਸ਼ਰਧਾ ਦੀ ਸਾਲ ਘਰ ਬਣ ਜਾਵੇ। ਸੱਚੇ ਪਾਤਸ਼ਾਹ ਮਹਾਰਾਜ ਦੇ ਚਰਨਾਂ ਵਿੱਚ ਇਉਂ ਅਰਦਾਸ ਕਰਨੀ। ਇਹ 61 ਅਰਦਾਸਾਂ ਹੋਈਆਂ ਨੇ। 62ਵੀਂ ਅਰਦਾਸ ਕੱਲ ਦੇ ਦੀਵਾਨ ਤੋਂ ਅੱਗੇ ਸਰਵਣ ਕਰਾਂਗੇ। 101 ਅਰਦਾਸਾਂ ਆਉਣੀਆਂ ਨੇ। 75 ਅਰਦਾਸਾਂ ਇਸ ਪ੍ਰਸੰਗ ਵਿੱਚ ਆਉਣਗੀਆਂ, 26 ਅਰਦਾਸਾਂ ਅਗਲੇ ਪ੍ਰਸੰਗ ਵਿੱਚ ਆਉਣਗੀਆਂ। ਸੱਚੇ ਪਾਤਸ਼ਾਹ ਮਹਾਰਾਜ ਕਿਰਪਾ ਕਰਨ। ਸਤਿਗੁਰੂ ਮਹਾਰਾਜ ਇਹ ਪਵਿੱਤਰ ਉਪਦੇਸ਼ ਸਾਡੇ ਹਿਰਦੇ ਵਿੱਚ ਵਸਾਉਣ। ਹੋਈਆਂ ਭੁੱਲਾਂ ਬਖਸ਼ ਲੈਣੀਆਂ ਜੀ। ਮਨ ਸਾਲ ਹੋਏ ਮੇਰ ਤੁਮ ਰਾਖੋ ਜਗ ਚੇਰ, ਗੁਰ ਪਗ ਵਿਸਰਾਮ ਠਹਿਰੇ ਮਨ ਧਿਆਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।